ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਇਸ ਚੈਨਲ 'ਤੇ ਅਸੀਂ ਮਾਸਟਰ ਕੈਡਰ ਕੈਮਿਸਟਰੀ ਦੀ ਤਿਆਰੀ ਕਰ ਰਹੇ ਹਾਂ, ਜਿਸ ਦੇ ਵਿੱਚ ਸਪੈਕਟਰੋਸਕੋਪੀ ਜਿਹੜਾ ਟੌਪਿਕ ਸਾਡਾ ਚੱਲ ਰਿਹਾ ਹੈ। ਪਾਰਟ 1 ਤੋਂ ਲੈ ਕੇ ਪਾਰਟ 4 ਜਿਹੜੇ ਨੇ ਕੰਪਲੀਟ ਹੋ ਚੁੱਕੇ ਨੇ। ਜਿਸ ਨੇ ਉਹ ਪਾਰਟਸ ਨਹੀਂ ਦੇਖੇ ਉਹ ਜਾ ਕੇ ਪਲੇਲਿਸਟ ਦੇ ਵਿੱਚ ਦੇਖ ਸਕਦਾ ਹੈ। ਅਤੇ ਅੱਜ ਅਸੀਂ ਕਰਾਂਗੇ ਸਪੈਕਟਰੋਸਕੋਪੀ ਦਾ ਪਾਰਟ ਨੰਬਰ 5। ਓਕੇ ਜੀ, ਸੋ ਲੈਟ ਅਸ ਸਟਾਰਟ ਦਾ ਟੌਪਿਕ ਦੈਟ ਇਜ਼ ਆ ਗਿਆ ਜੀ ਸਾਡਾ ਕੁਐਸਚਨ ਨੰਬਰ 1। ਇਹਦੇ ਵਿੱਚ ਕੀ ਹੈ, ਇੱਕ ਪਹਿਲਾਂ ਕੁਐਸਚਨ ਡਿਸਕਸ ਕਰ ਲੈਂਦੇ ਹਾਂ ਜੋ ਮਾਸਟਰ ਕੈਡਰ 2017 ਦੇ ਵਿੱਚ ਇਹ ਆਇਆ ਹੋਇਆ ਸੀਗਾ। ਕੁਐਸਚਨ ਹੈ ਕਿ ਵਿਚ ਆਫ ਦਾ ਫੋਲੋਇੰਗ ਮੋਲੀਕਿਊਲ ਵਿਲ ਸ਼ੋ ਅ ਪਿਓਰ ਰੋਟੇਸ਼ਨਲ ਸਪੈਕਟਰਮ। ਇਹਦੇ ਵਿੱਚੋਂ ਕਿਹੜਾ ਜਿਹੜਾ ਹੈਗਾ ਮੋਲੀਕਿਊਲ ਰੋਟੇਸ਼ਨਲ ਸਪੈਕਟਰਮ ਨੂੰ ਸ਼ੋ ਕਰਦਾ। ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਆਨਸਰ ਦੇਣਾ ਦੈਟ ਇਜ਼ ਬੀ। ਬੀ ਇਜ਼ ਦਾ ਕਰੈਕਟ ਆਨਸਰ। ਕਿਉਂਕਿ ਜੋ CO ਹੈ ਦੈਟ ਇਜ਼ ਇਹਦੇ ਕੋਲ ਕੀ ਹੁੰਦਾ, ਪਰਮਾਨੈਂਟ ਡਾਈਪੋਲ ਮੂਵਮੈਂਟ ਹੁੰਦਾ। ਜਿਸ ਦੇ ਕੋਲ ਪਰਮਾਨੈਂਟ ਡਾਈਪੋਲ ਮੂਵਮੈਂਟ ਹੋਏਗਾ ਉਹ ਰੋਟੇਸ਼ਨਲੀ ਐਕਟਿਵ ਹੁੰਦਾ ਜੀ, ਇਸ ਕਰਕੇ ਰੋਟੇਸ਼ਨਲ ਸਪੈਕਟਰਮ ਸ਼ੋ ਕਰੇਗਾ। ਠੀਕ ਹੈ, ਅੱਗੇ ਹੈਗਾ ਦੈਟ ਇਜ਼ HF। ਇੱਕ ਨੋਟ ਤੁਸੀਂ ਐਡੀਸ਼ਨਲ ਨੋਟ ਐਡ ਕਰ ਸਕਦੇ ਹੋ। HF ਤੇ HCl ਇਹ ਵੀ ਕੀ ਨੇ, ਰੋਟੇਸ਼ਨਲ ਪਿਓਰ ਰੋਟੇਸ਼ਨਲ ਸਪੈਕਟਰਾ ਸ਼ੋ ਕਰਦੇ ਨੇ। ਠੀਕ ਹੈ ਨਾ, ਬਟ ਜੇਕਰ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਜਾਂਦਾ ਕਿ H2 ਜਾਂ N2, ਦੇਖੋ ਇਹਨਾਂ ਦੇ ਕੋਲ ਜਿਹੜਾ ਡਾਈਪੋਲ ਮੂਵਮੈਂਟ ਹੈ ਉਹ 0 ਹੁੰਦਾ। ਠੀਕ ਹੈ ਨਾ, ਇਸ ਕਰਕੇ ਇਹ ਰੋਟੇਸ਼ਨਲੀ ਇਨਐਕਟਿਵ ਦੇ ਵਿੱਚ ਆ ਜਾਂਦੇ ਨੇ, ਰੋਟੇਸ਼ਨਲੀ ਐਕਟਿਵ ਨਹੀਂ ਹੁੰਦੇ। ਸੋ ਅਗਰ H2 ਆ ਜਾਵੇ, N2 ਆ ਜਾਵੇ, ਠੀਕ ਹੈ ਨਾ, ਸੋ ਇਸ ਤਰੀਕੇ ਦੇ ਜਿਨ੍ਹਾਂ ਦਾ ਡਾਈਪੋਲ ਮੂਵਮੈਂਟ ਮੀਨਸ ਐਬਸੈਂਟ ਹੁੰਦਾ ਜਾਂ 0 ਹੁੰਦਾ, ਸੋ ਉਹ ਜਿਹੜੇ ਹੋਣਗੇ ਰੋਟੇਸ਼ਨਲੀ ਇਨਐਕਟਿਵ ਕੇਸ ਦੇ ਵਿੱਚ ਆਉਣਗੇ। ਸੋ ਹਾਂਜੀ, ਇਹ ਕੁਐਸਚਨ ਆਇਆ ਹੋਇਆ ਸੀਗਾ, ਸੋ ਮੈंने ਡਿਸਕਸ ਕੀਤਾ ਹੈਗਾ। ਸੋ ਨੈਕਸਟ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ ਦੈਟ ਇਜ਼ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ। ਇਹਦੇ ਵਿੱਚ ਦੇਖੋ ਕੀ ਹੈਗਾ, ਫਸਟ ਪੁਆਇੰਟ ਦਿੱਤਾ ਹੈ ਕਿ ਮੈंने ਤੁਹਾਨੂੰ ਪਹਿਲੇ ਪਾਰਟ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਦੋਂ ਵੀ ਮੈਟਰ ਜਾਂ EM ਵੇਵਸ ਜਿਹੜੀਆਂ ਨੇਗੀਆਂ, ਠੀਕ ਹੈ ਨਾ, ਜਿਹਦੇ ਵਿੱਚ ਕੀ ਹੋਏਗਾ IR ਲਾਈਟ, EM ਵੇਵਸ ਦੀ IR ਲਾਈਟ ਜਦੋਂ ਹੈਗੀ ਹੈ ਮੈਟਰ ਦੇ ਨਾਲ ਇੰਟਰੈਕਟ ਕਰਦੀ ਹੈ ਤਾਂ ਕੀ ਪ੍ਰੋਡਿਊਸ ਕਰੇਗੀ, IR ਸਪੈਕਟਰਾ। ਸਪੋਜ਼ ਇਹ ਕੋਈ ਮੋਲੀਕਿਊਲ ਹੈ, ਠੀਕ ਹੈ ਨਾ, ਇਹਦੇ ਉੱਤੇ ਕੀ ਪੈ ਰਹੀਆਂ ਨੇ, ਵੇਵਸ ਪੈ ਰਹੀਆਂ ਨੇ, ਔਰ ਕਿਹੜੀਆਂ, ਜਿਹੜੀ ਕਿ ਜਿਸ ਨੂੰ ਅਸੀਂ IR ਲਾਈਟ ਕਹਿ ਰਹੇ ਹਾਂ, ਉਹ ਇਹਦੇ ਉੱਪਰ ਪਏਗੀ ਤੇ ਜਿਹੜਾ ਮੋਲੀਕਿਊਲ ਹੈਗਾ ਬਈ ਵਾਈਬ੍ਰੇਸ਼ਨਲ ਸਪੈਕਟਰਾ ਜਿਹੜਾ ਸ਼ੋ ਕਰੇਗਾ। ਸੈਕਿੰਡ ਪੁਆਇੰਟ ਇਹਦੇ ਵਿੱਚ ਨੋਟ ਕਰਨ ਵਾਲਾ ਇਹ ਹੈ ਕਿ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਨੂੰ IR ਸਪੈਕਟਰੋਸਕੋਪੀ ਵੀ ਕਿਹਾ ਜਾਂਦਾ। ਡੋਂਟ ਕਨਫਿਊਜ਼, ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਕਿਹੜੇ ਕਿਹੜੇ ਨਾਮ ਨੇ ਇਹਦੇ। ਓਕੇ, ਵਾਈਬ੍ਰੇਸ਼ਨਲ ਨੂੰ ਤੁਸੀਂ IR ਸਪੈਕਟਰੋਸਕੋਪੀ ਵੀ ਕਹਿ ਸਕਦੇ ਹੋ, ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਤਾਂ ਹੈਗਾ ਹੀ ਇਹਦਾ ਨਾਮ, ਤੇ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਇਹਨੂੰ, ਰੋਟੇਸ਼ਨਲ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ। ਸੋ ਆਈ ਥਿੰਕ ਸੋ ਦੋਨੋਂ ਤੁਹਾਨੂੰ ਪੁਆਇੰਟਸ ਜਿਹੜੇ ਨੇ ਕਲੀਅਰ ਹੋ ਗਏ ਹੋਣਗੇ। ਅੱਗੇ ਵਧਦੇ ਹਾਂ ਅਸੀਂ ਦੈਟ ਇਜ਼ ਪੁਆਇੰਟ ਨੰਬਰ 3 ਤੇ। ਹੁਣ ਰੋਟੇਸ਼ਨਲ ਤੇ ਵਾਈਬ੍ਰੇਸ਼ਨਲ ਥੋੜ੍ਹਾ ਜਿਹਾ ਕੰਪੈਰੀਜ਼ਨ ਕਰੀਏ ਆਪਾਂ। ਰੋਟੇਸ਼ਨਲ ਸਪੈਕਟਰੋਸਕੋਪੀ ਦੇ ਵਿੱਚ ਵੀ ਡਾਈਪੋਲ ਮੂਵਮੈਂਟ ਦੀ ਗੱਲ ਕੀਤੀ ਜਾਂਦੀ ਹੈ। ਉੱਥੇ ਜੋ ਡਾਈਪੋਲ ਮੂਵਮੈਂਟ ਹੁੰਦਾ ਸੀਗਾ, ਠੀਕ ਹੈ ਨਾ, ਉਹ ਚੇਂਜ ਹੁੰਦਾ ਸੀ। ਕਦੋਂ? ਕਿਉਂਕਿ ਉੱਥੇ ਰੋਟੇਸ਼ਨ ਦੀ ਗੱਲ ਕਰਦੇ ਹਾਂ ਅਸੀਂ, ਐਟਮ ਦੇ ਰੋਟੇਸ਼ਨ ਦੀ ਗੱਲ ਹੁੰਦੀ ਹੈ। ਉੱਥੇ ਐਟਮ ਜਿਹੜਾ ਰੋਟੇਟ ਕਰਦਾ ਹੈ, ਠੀਕ ਹੈ ਨਾ। ਸੋ ਰੋਟੇਸ਼ਨ ਕਰਕੇ ਕੀ ਹੁੰਦਾ, ਡਾਇਰੈਕਸ਼ਨ ਚੇਂਜ ਹੁੰਦੀ ਹੈ ਐਟਮ ਦੀ, ਜਿਹਦੇ ਕਰਕੇ ਕੀ ਹੁੰਦਾ, ਰੋਟੇਸ਼ਨਲ ਸਪੈਕਟਰੋਸਕੋਪੀ ਸ਼ੋ ਹੁੰਦੀ ਹੈ। ਬਟ ਵਾਈਬ੍ਰੇਸ਼ਨਲ ਦੇ ਵਿੱਚ ਕੀ ਹੋਏਗਾ, ਰੋਟੇਸ਼ਨ ਦੇ ਨਾਲ ਨਾਲ ਮੀਨਸ ਇੱਥੇ ਵਾਈਬ੍ਰੇਸ਼ਨ ਮੇਨ ਹੈ। ਇੱਥੇ ਜੋ ਡਾਈਪੋਲ ਮੂਵਮੈਂਟ ਚੇਂਜ ਹੋਏਗਾ ਉਹ ਕਿਹਦੇ ਕਾਰਨ, ਦੈਟ ਇਜ਼ ਵਾਈਬ੍ਰੇਸ਼ਨਲ ਕਾਰਨ। ਠੀਕ ਹੈ ਨਾ, ਵਾਈਬ੍ਰੇਸ਼ਨ ਕਿੱਦਾਂ, ਜਿਵੇਂ ਹੁਣ ਤੁਹਾਡੇ ਕੋਲ ਕੋਈ ਮੋਲੀਕਿਊਲ ਹੈ ਸਪੋਜ਼ AB, ਹੁਣ ਜਾਂ ਤਾਂ ਹੋ ਸਕਦਾ ਕੰਟਰੈਕਟ ਹੋ ਜੇ, ਠੀਕ ਹੈ ਨਾ, ਜਿੱਦਾਂ ਇਹ ਕੇਸ ਦਿਖਾਇਆ, ਹੋ ਸਕਦਾ ਇਹਦੀ ਬੌਂਡ ਲੈਂਥ ਇਨਕਰੀਜ਼ ਹੋ ਜੇ, ਜਿਸ ਨੂੰ ਅਸੀਂ ਇੰਟਰਨਿਊਕਲੀਅਰ ਡਿਸਟੈਂਸ ਕਹਿੰਦੇ ਹਾਂ, ਹੋ ਸਕਦਾ ਬਹੁਤ ਜ਼ਿਆਦਾ ਇਨਕਰੀਜ਼ ਹੋ ਜੇ। ਠੀਕ ਹੈ ਨਾ, ਮੀਨਸ ਇੱਥੇ ਇੰਟਰਨਿਊਕਲੀਅਰ ਡਿਸਟੈਂਸ ਦੇ ਚੇਂਜ ਹੋਣ ਦੇ ਨਾਲ ਜੋ ਮਿਊ ਦੀ ਵੈਲਿਊ ਹੈ ਉਹ ਚੇਂਜ ਹੁੰਦੀ ਹੈ, ਅਤੇ ਉਸ ਹਿਸਾਬ ਨਾਲ ਜਿਹੜਾ ਹੈਗਾ ਵਾਈਬ੍ਰੇਸ਼ਨਲ ਸਪੈਕਟਰਮ ਆਉਂਦਾ ਹੈ। ਸੋ ਇਸ ਦੇ ਵਿੱਚ ਮੇਨ ਵਾਈਬ੍ਰੇਸ਼ਨ ਦੀ ਗੱਲ ਹੋਏਗੀ। ਇੱਕ ਨੈਕਸਟ ਪੁਆਇੰਟ ਦਿੱਤਾ ਗਿਆ ਤੁਹਾਨੂੰ ਕਿ ਜਿਹੜੇ ਹੋਮੋ ਅਟੋਮਿਕ ਡਾਈ ਅਟੋਮਿਕ ਮੋਲੀਕਿਊਲ ਹੁੰਦੇ ਨੇ ਉਹ IR ਇਨਐਕਟਿਵ ਹੁੰਦੇ ਨੇ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਨਿੱਕੇ ਨਿੱਕੇ ਪੁਆਇੰਟਸ ਜਿਹੜੇ ਨੇ ਤੁਹਾਡੇ ਐਗਜ਼ਾਮ ਦੇ ਵਿੱਚ ਪੁੱਛੇ ਗਏ ਨੇ। ਠੀਕ ਹੈ ਨਾ, ਸੋ ਇਹਦੇ ਵਿੱਚ ਕੀ ਦਿੱਤਾ ਹੋਇਆ ਕਿ ਜਿਹੜੇ ਹੋਮੋ ਅਟੋਮਿਕ ਦਾ ਮਤਲਬ ਹੁੰਦਾ ਹੋਮੋ, ਖੁਦ, ਠੀਕ ਹੈ ਨਾ, ਖੁਦ ਹੀ ਦੋ ਐਟਮਸ ਨਾਲ ਜੁਆਇਨ ਹੋਣਾ, ਖੁਦ ਹੀ ਜੁਆਇਨ ਹੋਣਾ। ਮੀਨਸ ਅਗਰ ਤੁਹਾਡੇ ਕੋਲ ਇੱਕ H ਹੈ ਤੇ ਦੂਸਰਾ ਵੀ H ਹੈ, ਓਕੇ, ਸੈਲਫ, ਓਕੇ, ਇਹਨਾਂ ਦੋਨਾਂ ਦੀ ਜੁਆਇਨਿੰਗ ਜਿਹੜੀ ਹੈਗੀ ਹੈ ਇਹ ਕੀ ਤਿਆਰ ਕਰਦੀ ਹੈ, ਹੋਮੋ ਅਟੋਮਿਕ ਡਾਈ ਅਟੋਮਿਕ ਮੋਲੀਕਿਊਲ। ਸੋ ਇਸ ਤਰੀਕੇ ਦੇ ਜਿਹੜੇ ਮੋਲੀਕਿਊਲ ਦੇਖਦੇ ਹਾਂ ਅਸੀਂ ਉਹ IR ਇਨਐਕਟਿਵ ਹੁੰਦੇ ਨੇ, ਮੇਨਸ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਨੂੰ ਸ਼ੋ ਨਹੀਂ
ਕਰਦੇ। ਇਹਨਾਂ ਦੇ ਵਿੱਚ ਕੀ ਹੁੰਦਾ, ਸੇਮ ਰੀਜ਼ਨ ਅਬਵ ਜਿਹੜਾ ਅਸੀਂ ਡਿਸਕਸ ਕੀਤਾ ਸੀ ਕੁਐਸਚਨ ਲਾਸਟ ਈਅਰ, ਕਿ ਡਾਈਪੋਲ ਮੂਵਮੈਂਟ ਇਹਨਾਂ ਦੇ ਵਿੱਚ ਐਬਸੈਂਟ ਹੁੰਦਾ, ਸਿਮੈਟ੍ਰੀਕਲ ਹੁੰਦੇ ਨੇ ਇਹ, ਠੀਕ ਹੈ ਜੀ। ਸੋ ਜਿਹੜੇ ਸੇਮ ਹੋਣਗੇ। ਨੈਕਸਟ ਅਸੀਂ ਕੁਐਸਚਨ ਤੇ ਚੱਲਦੇ ਹਾਂ। ਮਾਸਟਰ ਕੈਡਰ 2016 ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਸੀਗਾ। ਇਹਨਾਂ ਨੇ ਪੁੱਛਿਆ ਕਿ ਇਹਦੇ ਵਿੱਚੋਂ ਕਿਹੜੇ ਮੋਲੀਕਿਊਲਸ ਨੇ ਜਿਹੜੇ ਵਾਈਬ੍ਰੇਸ਼ਨਲ ਇਨਫਰਾਰੈੱਡ ਸਪੈਕਟਰਮ ਨੂੰ ਸ਼ੋ ਨਹੀਂ ਕਰਦੇ। ਸੋ ਇਹਦੇ ਵਿੱਚ ਜਿਹੜੇ ਕਰਦੇ ਨੇ ਪਹਿਲਾਂ ਉਹ ਦੇਖ ਲਓ, ਦੈਟ ਇਜ਼ ਦੇਖੋ ਇਹ ਸਾਰਿਆਂ ਦਾ ਜਿਹੜਾ ਹੈ ਕੁਛ ਨਾ ਕੁਛ ਡਾਈਪੋਲ ਮੂਵਮੈਂਟ ਹੁੰਦਾ ਹੈ, ਠੀਕ ਹੈ ਨਾ, ਚਾਹੇ ਪਰਮਾਨੈਂਟ ਚਾਹੇ ਟੈਂਪਰੇਰੀ, ਇਹਨਾਂ ਦਾ ਕੁਛ ਨਾ ਕੁਛ ਜਿਹੜਾ ਡਾਈਪੋਲ ਮੂਵਮੈਂਟ ਹੁੰਦਾ ਹੈ। ਬਟ ਇੱਕ H2 ਐਵੇਂ ਦਾ ਜੋ ਕਿ ਅਸੀਂ ਹੁਣੀ ਡਿਸਕਸ ਕੀਤਾ, ਇਹਦਾ ਜਿਹੜਾ ਡਾਈਪੋਲ ਮੂਵਮੈਂਟ ਹੈ 0 ਹੁੰਦਾ, ਮੀਨਸ ਐਬਸੈਂਟ ਹੁੰਦਾ। ਇਸ ਕਰਕੇ ਦਾ ਕਰੈਕਟ ਆਨਸਰ ਜਿਹੜਾ ਆ ਜਾਊਗਾ ਦੈਟ ਇਜ਼ A ਇਜ਼ ਦਾ ਕਰੈਕਟ ਆਨਸਰ। ਨੈਕਸਟ ਅਸੀਂ ਆਪਣੇ ਟੌਪਿਕ ਵੱਲ ਵੱਧਦੇ ਹਾਂ। ਜਿਹੜਾ ਟੌਪਿਕ ਹੈ ਦੈਟ ਇਜ਼ ਹੁਕਸ ਲਾਅ। ਹੁਣ ਹੁੰਦਾ ਕੀ ਹੈ, ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਚੱਲ ਰਹੀ ਆ। ਇਹਦੇ ਵਿੱਚ ਜਿਹੜਾ ਹੈ ਮੀਨਸ ਅਸੀਂ ਕੋਈ ਮੋਲੀਕਿਊਲ ਲੈ ਲਿਆ A ਤੇ B, ਠੀਕ ਹੈ ਨਾ, ਵਾਈਬ੍ਰੇਸ਼ਨਸ ਕਰ ਰਿਹਾ ਹੋਏਗਾ। ਕਿ ਜਿਹੜੇ ਇੱਕ ਗੱਲ ਯਾਦ ਰੱਖਣੀ ਹੈ ਕਿ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਦਾ ਜਿਹੜਾ ਇਹਦੇ ਵਿੱਚ ਅਗਰ ਅਸੀਂ ਐਨਰਜੀ ਤੇ ਆਰ ਦੀ ਗੱਲ ਕਰੀਏ, ਮੀਨਸ ਅਗਰ ਆਰ ਜਿਹੜਾ ਹੈ ਇਨਕਰੀਜ਼ ਹੋ ਰਿਹਾ ਡਿਕਰੀਜ਼ ਹੋ ਰਿਹਾ, ਉਸ ਹਿਸਾਬ ਨਾਲ ਜਿਹੜਾ ਐਨਰਜੀ ਦਾ ਜਿਹੜਾ ਗ੍ਰਾਫ ਆਏਗਾ ਉਹ ਪੈਰਾਬੋਲਾ ਸ਼ੇਪ ਆਏਗੀ। ਓਕੇ ਆ ਤੁਹਾਨੂੰ ਗ੍ਰਾਫ ਦਿਖ ਰਿਹਾ, ਪੈਰਾਬੋਲਿਕ ਸ਼ੇਪ ਆ ਸਕਦੀ ਹੈ। ਪੇਪਰ 'ਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੀ ਸ਼ੇਪ ਜਿਹੜੀ ਹੈ ਆਉਂਦੀ ਹੈ। ਸੋ ਪੈਰਾਬੋਲਿਕ। ਓਕੇ, ਹੁਕਸ ਲਾਅ ਦੀ ਗੱਲ ਕਰੀਏ ਤਾਂ ਹੁਕਸ ਲਾਅ ਅਕੋਰਡਿੰਗ ਜਿਹੜਾ ਇਹ ਮੋਲੀਕਿਊਲ ਹੈ ਹੋ ਸਕਦਾ ਇਹ ਕੰਪਰੈਸ ਕਰ ਜੇ। ਸਪੋਜ਼ ਕਰ ਲਿਆ ਮੇਰਾ A ਜਿਹੜਾ ਮੋਲੀਕਿਊਲ ਇੱਥੇ ਪਿਆ ਤੇ B ਜਿਹੜਾ ਹੈ ਇੱਥੇ ਪਿਆ। ਹੁਣ ਜਿਹੜੀ B ਪੋਜੀਸ਼ਨ ਜਿੱਥੇ ਪਿਆ ਇਹ ਇਕੁਇਲਿਬਰੀਅਮ ਪੋਜੀਸ਼ਨ ਹੈ, ਮੀਨਸ ਇਹ ਸਟੇਬਲ ਹੈ। ਓਕੇ, ਨਾ ਤਾਂ ਇਹ ਹਜੇ ਕੰਪਰੈਸ ਕੀਤਾ ਹੈ ਨਾ ਹੀ ਐਕਸਪੈਂਡ ਕੀਤਾ, ਠੀਕ ਹੈ ਨਾ, ਇਹ ਇਹਦੀ ਇਕੁਇਲਿਬਰੀਅਮ ਪੋਜੀਸ਼ਨ ਹੈ ਤਾਂ ਇਕੁਇਲਿਬਰੀਅਮ ਪੋਜੀਸ਼ਨ ਤੇ ਪਿਆ। ਓਕੇ, ਨੋ ਪ੍ਰੋਬਲਮ। ਬਟ ਜਦੋਂ ਹੀ ਐਕਸਪੈਂਡ ਹੁੰਦਾ, ਜਦੋਂ ਹੀ ਇਹ IR ਰੇਡੀਏਸ਼ਨ ਨੂੰ ਮੀਨਸ ਇਹਨੇ ਅਬਜ਼ੋਰਬ ਕਰ ਲਈ, ਠੀਕ ਹੈ, ਲਾਈਟ ਅਬਜ਼ੋਰਬ ਕਰ ਲਈ, ਤਾਂ ਹੋ ਸਕਦਾ ਇਹ ਵਾਈਬ੍ਰੇਸ਼ਨ ਸਟਾਰਟ ਕਰ ਦੇਵੇ। ਤਾਂ ਜਦੋਂ ਵਾਈਬ੍ਰੇਸ਼ਨ ਸਟਾਰਟ ਕਰੇਗਾ ਤਾਂ ਇਹਨੇ ਵਾਈਬ੍ਰੇਟ ਕਰਨਾ ਸਟਾਰਟ ਕਰ ਦੇਣਾ, ਜਿਹਦੇ ਵਿੱਚ ਇਹ ਐਕਸਪੈਂਡ ਵੀ ਹੋਊਗਾ ਤੇ ਕੰਟਰੈਕਟ ਵੀ ਹੋਏਗਾ, ਮੀਨਸ ਕੰਪਰੈਸ਼ਨ ਜਿਹਨੂੰ ਕਹਿੰਦੇ ਆ। ਜਦੋਂ ਇਹ ਐਕਸਪੈਂਡ ਹੋਊਗਾ ਤਾਂ ਇਹਦਾ ਗ੍ਰਾਫ ਜਿਹੜਾ ਹੈ ਮੀਨਸ ਇਹਦੀ ਲਾਈਨ ਜਿਹੜੀ ਹੈ B ਪੁਆਇੰਟ ਇੱਥੇ ਪਹੁੰਚ ਜੂਗਾ, ਤੇ ਜਦੋਂ ਹੀ ਕੰਟਰੈਕਟ ਹੋਊਗਾ ਤੇ ਇਹ ਇੱਥੇ ਪਹੁੰਚ ਜੂਗਾ। ਇਹ 3 ਲਾਈਨਸ ਦਿਖਾਈਆਂ ਗਈਆਂ ਨੇ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਗ੍ਰਾਫ ਦੇ ਵਿੱਚ। ਸੋ ਇਹ ਜਿਹੜੀ ਲਾਈਨ ਹੈ ਇਹਨੂੰ ਕੰਪਰੈਸ਼ਨ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਐਕਸਪੈਂਸ਼ਨ। ਇਕੁਇਲਿਬਰੀਅਮ ਤੋਂ ਕਿੰਨਾ ਐਕਸਪੈਂਡ ਹੋਇਆ, ਇਹਦੀ ਇਕੁਇਲਿਬਰੀਅਮ ਪੋਜੀਸ਼ਨ ਸੀ, ਇਸ ਪੋਜੀਸ਼ਨ ਨੂੰ ਮੈਨੇ ਸਪੋਜ਼ ਕੀਤਾ ਦਿਸ ਇਜ਼ X। ਓਕੇ, ਦਿਸ ਇਜ਼ X। ਤਾਂ ਕੀ ਹੋਏਗਾ, ਤੁਸੀਂ ਪੜ੍ਹਿਆ ਹੋਊਗਾ ਕਿ ਜਦੋਂ B ਮੋਲੀਕਿਊਲ ਵਾਈਬ੍ਰੇਟ ਕਰਦੇ ਨੇ, ਇਹਦੀ ਇਕੁਇਲਿਬਰੀਅਮ ਪੋਜੀਸ਼ਨ ਹੈ, ਠੀਕ ਹੈ, ਪਹਿਲਾਂ ਇਹਦੀ ਪੋਜੀਸ਼ਨ ਇਹ ਸੀ, ਹੁਣ ਇਹ ਅੱਗੇ ਤੱਕ ਚਲਾ ਗਿਆ ਤਾਂ ਇਹ ਵਾਪਿਸ ਆਊਗਾ ਆਪਣੀ ਇਕੁਇਲਿਬਰੀਅਮ ਪੋਜੀਸ਼ਨ ਦੇ ਵਿੱਚ। ਜਿਹੜੀ ਚੀਜ਼ ਇਹਨੂੰ ਵਾਪਿਸ ਲੈ ਕੇ ਆਉਂਦੀ ਹੈ ਇਹਦੀ ਇਕੁਇਲਿਬਰੀਅਮ ਪੋਜੀਸ਼ਨ ਦੇ ਵਿੱਚ, ਉਹਨੂੰ ਕਹਿੰਦੇ ਨੇ ਦੈਟ ਇਜ਼ ਰੀਸਟੋਰਿੰਗ ਫੋਰਸ। ਓਕੇ, ਜਦੋਂ ਵੀ ਇਹ ਕੰਟਰੈਕਟ ਕਰਦਾ ਐਟਮ, ਸਪੋਜ਼ ਇੱਥੇ ਆ ਗਿਆ, ਤਾਂ ਫਿਰ ਇਹਨੂੰ ਇੱਥੇ ਲੈ ਕੇ ਜਾਊਗੀ ਕੌਣ, ਰੀਸਟੋਰਿੰਗ ਫੋਰਸ। ਸੋ ਰੀਸਟੋਰਿੰਗ ਫੋਰਸ ਦਾ ਕੰਮ ਹੁੰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਉਹਦੀ ਇਕੁਇਲਿਬਰੀਅਮ ਪੋਜੀਸ਼ਨ ਦੇ ਵਿੱਚ ਲੈ ਕੇ ਜਾਣਾ। ਆਈ ਥਿੰਕ ਸਮਝ ਗਏ ਹੋਣਗੇ, ਠੀਕ ਹੈ ਨਾ। ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਹੁਣੀ ਇਸੇ ਟਾਈਮ ਜਿਹੜਾ ਹੈ ਲਾਈਕ ਦਾ ਬਟਨ ਜ਼ਰੂਰ ਦੱਬ ਦਿਓ। ਸੋ ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਦੈਟ ਇਜ਼ ਰੀਸਟੋਰਿੰਗ ਫੋਰਸ। ਸੋ ਡਿਪੈਂਡ ਕਿਤੇ ਕਰਦੀ ਹੈ X, ਮੀਨਸ ਆ ਦੇਖੋ ਇੰਨਾ ਅੱਗੇ ਚਲਾ ਗਿਆ, ਇਹਨੂੰ ਅਸੀਂ ਕਹਿ ਰਹੇ ਹਾਂ X। ਓਕੇ, ਤਾਂ ਜਿਹੜਾ X ਹੈ ਕੀ, ਦੇਖੋ ਕੰਪਲੀਟਲੀ ਇਹਦੇ ਵਿੱਚ ਕੀ ਹੈ, ਦਿਸ ਹੋਲ ਇਜ਼ R। ਓਕੇ, ਐਂਡ ਦਿਸ ਇਜ਼ R ਇਕੁਇਲਿਬਰੀਅਮ। R ਦੇ ਵਿੱਚੋਂ ਇਹ ਸਾਰਾ R ਹੈ ਔਰ ਦਿਸ ਇਜ਼ ਕੀ ਹੈ, ਦੈਟ ਇਜ਼ R ਇਕੁਇਲਿਬਰੀਅਮ, ਐਜ਼ ਆਈ ਆਲਰੇਡੀ ਸੈਡ। ਓਕੇ, ਵੀ ਇਹ R ਇਕੁਇਲਿਬਰੀਅਮ ਹੈ। ਤਾਂ X ਦੀ ਵੈਲਿਊ ਤੁਸੀਂ ਆਪ ਕੱਢ ਲਓ, X ਕਿੰਨਾ ਆ ਜਾਊਗਾ, R ਮਾਈਨਸ R ਇਕੁਇਲਿਬਰੀਅਮ। ਸੋ ਰੀਸਟੋਰਿੰਗ ਫੋਰਸ ਦਾ ਐਗਜ਼ਾਮ ਦੇ ਵਿੱਚ ਫਾਰਮੂਲਾ ਇੰਪੋਰਟੈਂਟ ਬਣ ਜਾਂਦਾ, ਕਈ ਵਾਰੀ ਹੁਕਸ ਲਾਅ ਪੁੱਛਿਆ ਜਾ ਸਕਦਾ ਹੈਗਾ ਤੁਹਾਨੂੰ। ਸੋ ਹੁਕਸ ਲਾਅ ਦਾ ਫਾਰਮੂਲਾ ਪੁੱਛਿਆ ਜਾ ਸਕਦਾ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਦੇ ਵਿੱਚ। ਸੋ ਇਹਦੇ ਵਿੱਚ ਕੀ ਹੁੰਦਾ ਹੈ, X ਦੀ ਵੈਲਿਊ ਕਿੰਨੀ ਆ ਗਈ, R ਮਾਈਨਸ R ਇਕੁਇਲਿਬਰੀਅਮ, F ਕਿਹਦੇ ਕੋਲ ਆ ਗਿਆ ਮਾਈਨਸ KX, X ਦੀ ਵੈਲਿਊ ਤੁਸੀਂ ਪੁੱਟ ਕਰ ਸਕਦੇ ਹੋ। ਸੋ ਇਹ ਆ ਗਿਆ ਜੀ ਫੋਰਸ ਦਾ ਫਾਰਮੂਲਾ। ਓਕੇ, ਤੇ ਇਸ ਕੇਸ ਦੇ ਵਿੱਚ ਜਿਹੜੀ ਐਨਰਜੀ ਦਾ ਫਾਰਮੂਲਾ ਹੁੰਦਾ ਦੈਟ ਇਜ਼ ਹਾਫ KX ਸਕੁਅਰ। ਦੇਖੋ ਪੋਜੀਸ਼ਨ ਚੇਂਜ ਹੋ ਰਹੀ ਆ, ਸ਼ੇਪ ਚੇਂਜ ਹੋ ਰਹੀ ਆ, ਸ਼ੇਪ ਮੀਨਸ ਇੱਦਾਂ ਇਲੋਂਗੇਟਡ ਹੋ ਰਿਹਾ ਤੇ ਕੰਟਰੈਕਟ ਹੋ ਰਿਹਾ, ਐਕਸਪੈਂਡ ਹੋ ਰਿਹਾ। ਓਕੇ, ਸੋ ਦੈਟ ਮੀਨ ਇਹਦੇ ਵਿੱਚ ਕੀ ਹੋ ਰਿਹਾ, ਜਿਵੇਂ ਰਬਰ ਬੈਂਡ ਜਿਹੜੇ ਹੁੰਦੇ ਨੇ ਉੱਦਾਂ ਹੀ ਆ ਇਹ, ਅਤੇ ਇਹਦੀ ਸ਼ੇਪ ਦੇ ਵਿੱਚ ਚੇਂਜ ਹੋ ਰਹੀ ਹੈ, ਮੀਨਸ ਐਨਰਜੀ ਦਾ ਫਾਰਮੂਲਾ ਜਿਹੜੀ ਇੱਥੇ ਐਨਰਜੀ ਹੈ ਉਹ ਹੈਗੀ ਆ ਪੋਟੈਂਸ਼ੀਅਲ ਐਨਰਜੀ। ਓਕੇ ਜੀ, ਨੈਕਸਟ ਦੇਖੋ ਐਨਰਜੀ ਦੇ ਵਿੱਚ ਤੁਸੀਂ ਜੋ X ਦੀ ਵੈਲਿਊ ਹੈ ਉਹ ਵੀ ਸਬਸਟੀਚਿਊਟ ਕਰ ਸਕਦੇ ਹੋ, ਇਹ ਬਣ ਜਾਂਦੀ ਹੈ ਐਨਰਜੀ ਦਾ ਫਾਰਮੂਲਾ। ਸੋ ਦੋਨੋਂ ਫਾਰਮੂਲੇ ਬਸ ਆਪਣੇ ਨੋਟ ਕਰ ਲਿਓ, ਜਸਟ ਫਾਰਮੂਲਾਜ਼ ਨੋਟ ਕਰ ਲਿਓ, ਸਾਰਾ ਕੁਝ ਨੋਟ ਕਰਨ ਦੀ ਲੋੜ ਨਹੀਂ ਹੈਗੀ, ਮੇਨ ਪੁਆਇੰਟਸ ਜਿਹੜੇ ਨੇ ਉਹ ਨੋਟ ਕਰ ਲਓ। ਨੈਕਸਟ ਹੈਗਾ ਸਿੰਪਲ ਹਾਰਮੋਨਿਕ ਓਸੀਲੇਟਰ। ਹੁਣ ਸਿੰਪਲ ਹਾਰਮੋਨਿਕ ਓਸੀਲੇਟਰ ਦਾ ਜਿਹੜਾ ਗ੍ਰਾਫ ਹੈ, ਗ੍ਰਾਫ ਤਾਂ ਸਿਮਿਲਰ ਹੀ ਹੋਏਗਾ, ਦੈਟ ਇਜ਼ ਪੈਰਾਬੋਲਿਕ।
ਹੁਣ ਤੁਸੀਂ ਕੀ ਕਰਨਾ, ਜਿਵੇਂ ਪਹਿਲਾਂ ਦੱਸਿਆ ਸੀਗਾ ਮੈਨੇ ਕਿ ਦੈਟ ਇਜ਼ ਕਿ ਹਾਂਜੀ, ਇਹਦਾ ਜਿਹੜਾ ਗ੍ਰਾਫ ਹੋਏਗਾ ਉਹ ਦੇਖੋ ਤੁਸੀਂ, ਇਹਦਾ ਪੈਰਾਬੋਲਿਕ ਗ੍ਰਾਫ ਮੀਨਸ ਅਸੀਂ ਵਾਈਬ੍ਰੇਸ਼ਨ ਦੀ ਹੀ ਗੱਲ ਕਰ ਰਹੇ ਹਾਂ ਇੱਥੇ। ਜਿਹੜਾ ਸਿੰਪਲ ਹਾਰਮੋਨਿਕ ਓਸੀਲੇਟਰ ਹੁੰਦਾ ਨਾ, ਇਹਦੀ ਮਤਲਬ ਜਿਹੜੀ ਐਨਰਜੀ ਦੀ ਡੈਰੀਵੇਸ਼ਨ ਕੰਪਲੀਟ ਹੈ, ਬਟ ਅਸੀਂ ਇੱਥੇ ਡੈਰੀਵੇਸ਼ਨ ਜਿਹੜੀ ਹੈਗੀ ਡਰਾਈਵ ਨਹੀਂ ਕਰਾਂਗੇ, ਸੋ ਨੋ ਨੀਡ। ਓਕੇ, ਸੋ ਤੁਸੀਂ ਡਾਇਰੈਕਟ ਲਰਨ ਕਰੋ। ਅਸੀਂ ਐਨਰਜੀ ਲੈਵਲਸ ਦੀ ਵੈਲਿਊ ਕੱਢਦੇ ਹਾਂ। ਹੁਣ ਮੈਨੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਫਸਟ ਵੀਡੀਓ ਦੇ ਵਿੱਚ, ਇਫ ਯੂ ਰਿਮਾਈਂਡ ਦੈਟ, ਕਿ ਉੱਥੇ ਕੀ ਹੁੰਦਾ, ਵਾਈਬ੍ਰੇਸ਼ਨਲ ਲੈਵਲਸ ਹੁੰਦੇ ਨੇ, ਹੈ ਨਾ। ਵਾਈਬ੍ਰੇਸ਼ਨਲ ਲੈਵਲਸ, ਕਿਉਂਕਿ ਅਸੀਂ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਪੜ੍ਹ ਰਹੇ ਹਾਂ, ਤਾਂ V ਇਜ਼ ਇਕੁਅਲ ਟੂ 0, 0, 1, 2, 3, 4, ਓਕੇ, ਵਾਈਬ੍ਰੇਸ਼ਨਲ ਲੈਵਲਸ ਨੇ, ਠੀਕ ਹੈ। ਲਾਸਟ ਵੀਡੀਓ ਦੇ ਵਿੱਚ ਅਸੀਂ J ਲੈ ਰਹੇ ਸੀਗੇ, ਉੱਥੇ ਅਸੀਂ ਰੋਟੇਸ਼ਨਲ ਦੀ ਗੱਲ ਕਰ ਰਹੇ ਸੀ, ਹੁਣ ਅਸੀਂ ਵਾਈਬ੍ਰੇਸ਼ਨਲ ਦੀ ਗੱਲ ਕਰਦੇ ਹਾਂ। ਹੁਣ ਅਸੀਂ ਇਹ ਚੈੱਕ ਕਰਾਂਗੇ ਕਿ ਜਿਹੜਾ A ਵਾਲਾ ਲੈਵਲ ਹੈ, ਇੱਥੇ ਕਿੰਨੀ ਐਨਰਜੀ ਹੁੰਦੀ ਹੈ, ਇੱਥੇ ਕਿੰਨੀ ਐਨਰਜੀ ਹੁੰਦੀ ਹੈ। ਸੋ ਇਹ ਜਾਣਨ ਵਾਸਤੇ ਸਾਨੂੰ ਕਿਹਦੀ ਲੋੜ ਹੈ, ਓਬਵੀਅਸਲੀ ਫਾਰਮੂਲਾ ਦੀ। ਓਕੇ, ਐਨਰਜੀ ਦਾ ਜਿਹੜਾ ਫਾਰਮੂਲਾ ਹੁੰਦਾ ਨੋਟ ਡਾਊਨ ਕਰ ਲਓ, ਦੈਟ ਇਜ਼, ਇਹ ਫਾਰਮੂਲਾ ਹੁੰਦਾ ਜੀ ਐਨਰਜੀ ਦਾ। ਬਟ ਇੱਕ ਗੱਲ ਹੋਰ, ਇਹ ਜਾਊਲਸ ਦੇ ਵਿੱਚ ਹੈ ਫਾਰਮੂਲਾ। ਕਾਹਦੇ ਵਿੱਚ ਹੈ, ਜਾਊਲਸ ਦੇ ਵਿੱਚ ਹੈ। ਕਈ ਵਾਰੀ ਜਾਊਲਸ ਵੀ ਆ ਜਾਂਦਾ ਹੈ, ਪਰ ਸੈਂਟੀਮੀਟਰ ਦੇ ਵਿੱਚ ਵੀ ਪੁੱਛਿਆ ਜਾ ਸਕਦਾ। ਮੈਂ ਤੁਹਾਨੂੰ ਉਸ ਟਾਈਮ ਦੱਸ ਦਿੱਤਾ ਸੀਗਾ ਕਿ ਜੇਕਰ ਤੁਸੀਂ ਪਰ ਸੈਂਟੀਮੀਟਰ ਦੇ ਵਿੱਚ ਕਨਵਰਟ ਕਰਨਾ ਤਾਂ ਓਬਵੀਅਸਲੀ HC ਨਾਲ ਡਿਵਾਈਡ ਕਰ ਦੇਈਦਾ ਹੁੰਦਾ, ਠੀਕ ਹੈ ਨਾ। HC ਨਾਲ ਡਿਵਾਈਡ ਜਦੋਂ ਕਰੋਗੇ, ਕਿਉਂਕਿ ਜਿਹੜੇ ਇਹਦੇ ਯੂਨਿਟਸ ਹੁੰਦੇ ਨੇ, H ਦੇ ਜਿਹੜੇ ਯੂਨਿਟਸ ਹੁੰਦੇ ਨੇ ਉਹ ਕੀ ਹੁੰਦੇ ਨੇ, ਦੈਟ ਇਜ਼ ਜਾਊਲ ਸੈਕਿੰਡ, ਐਂਡ ਜਿਹੜੇ ਫ੍ਰੀਕੁਐਂਸੀ ਦੇ ਹੁੰਦੇ ਨੇ ਉਹ ਕੀ ਹੁੰਦੇ ਨੇ, ਪਰ ਸੈਕਿੰਡ। ਇਹਦੇ ਨਾਲ ਤਾਂ ਇਹ ਕੈਂਸਲ ਹੋ ਜਾਂਦਾ, ਇਸ ਕਰਕੇ ਇਹਦੇ ਯੂਨਿਟਸ ਕੀ ਨੇ, ਜਾਊਲ। ਤਾਂ ਤੁਸੀਂ ਜਦੋਂ HC ਨਾਲ ਡਿਵਾਈਡ ਕਰੋਗੇ ਤਾਂ ਸੈਂਟੀਮੀਟਰ ਦੇ ਵਿੱਚ ਕਨਵਰਟ ਹੋ ਜਾਣਗੇ। ਸੋ ਜਦੋਂ ਵੀ ਡਿਵਾਈਡ ਕਰੋਗੇ ਤੁਸੀਂ HC ਨਾਲ, ਇਹਨੂੰ ਲਿਖ ਲਓਗੇ E ਡੈਸ਼, ਓਕੇ, ਤਾਂ ਇਹ ਐਜ਼ ਇਟ ਇਜ਼ ਆ ਜਾਏਗਾ, H ਨਾਲ H ਕੈਂਸਲ ਹੋ ਜਾਏਗਾ, ਇਹ ਰਿਮੇਨਿੰਗ ਪੋਰਸ਼ਨ। ਦੇਖੋ ਕਈ ਬੁੱਕਸ ਦੇ ਵਿੱਚ ਨਾ ਇਹ ਜਿਹੜੀ ਫਾਰਮੂਲਾ ਹੈ ਦੈਟ ਇਜ਼ ਨਿਊ, ਜਿਹਨੂੰ ਫ੍ਰੀਕੁਐਂਸੀ ਕਹਿੰਦੇ ਨੇ, ਉਹਨੂੰ ਇਹ ਵਾਲੇ ਫਾਰਮ 'ਚ ਲਿਖ ਦਿੰਦੇ ਨੇ। ਓਕੇ, ਕਨਫਿਊਜ਼ ਨਹੀਂ ਹੋਣਾ, ਇੱਕੋ ਹੀ ਗੱਲ ਹੈ, ਤੁਸੀਂ ਮਿਊ ਵੀ ਲਿਖ ਸਕਦੇ ਹੋ, ਠੀਕ ਹੈ ਨਾ, ਨਿਊ ਵੀ ਲਿਖ ਸਕਦੇ ਹੋ, ਐਂਡ ਓਮੇਗਾ ਦੀ ਫਾਰਮ ਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ, ਦੋਨੋਂ ਇੱਕੋ ਹੀ ਗੱਲ ਹੈਗੀ ਆ। ਸੋ ਇਹਦੇ ਵਿੱਚ ਕੀ ਹੋ ਰਿਹਾ ਹੈ, ਮੈਨੇ ਕੀ ਕੀਤਾ ਹੈ, ਇਹ ਜੋ ਦਿਸ ਪੋਰਸ਼ਨ ਹੈ ਨਾ, ਇਹਨੂੰ ਮੈਨੇ ਲਿਖ ਲਿਆ ਦੈਟ ਇਜ਼ ਇਸ ਫਾਰਮ ਦੇ ਵਿੱਚ। ਓਕੇ, ਇਹਦਾ ਮਤਲਬ ਕੀ ਹੈ, ਦੈਟ ਇਜ਼ ਇਹਨੂੰ ਆਪਾਂ ਨੇ ਇਹਨੂੰ ਚੇਂਜ ਕਰਕੇ ਇੱਕ ਛੋਟੇ ਐਕਸਪ੍ਰੈਸ਼ਨ ਦੇ ਵਿੱਚ ਡਿਨੋਟ ਕਰ ਲਿਆ। ਓਕੇ ਜੀ, ਨੈਕਸਟ ਜਿਹੜਾ ਫਾਰਮੂਲਾ ਬਣ ਜਾਂਦਾ, ਸੋ ਇਹੀ ਤੁਹਾਡਾ ਫਾਰਮੂਲਾ ਬਣ ਗਿਆ ਮੇਨ, ਇਹੀ ਮੈਨੇ ਸੇਮ ਇੱਥੇ ਲਿਖਿਆ ਹੋਇਆ। ਸੋ ਇਹਨੂੰ ਡਿਸਕਸ ਕਰਦੇ ਹਾਂ। ਹੁਣ ਅਸੀਂ ਗੱਲ ਕਰਦੇ ਸੀ, ਦੇਖੋ ਇਹ ਵਾਲੇ ਐਨਰਜੀ ਲੈਵਲਸ ਦੀ, ਆਹ ਐਨਰਜੀ ਲੈਵਲਸ ਨੇ। ਹੁਣ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਮੇਰਾ ਇੱਥੇ ਜਿਹੜਾ ਹੈ ਕਿੰਨੀ ਐਨਰਜੀ ਹੈ, ਉੱਪਰ ਵਾਲੇ 'ਚ ਕਿੰਨੀ ਐਨਰਜੀ ਆ। ਵੈਰੀ ਸਿੰਪਲ, ਜਿਹੜਾ ਫਾਰਮੂਲਾ ਆਇਆ ਹੈ ਉਹਦੇ ਵਿੱਚ V ਨੂੰ 0 ਪੁੱਟ ਕਰ ਦਿਓ, ਇਹਦੀ ਐਨਰਜੀ ਆ ਜੂ। V ਨੂੰ 1 ਪੁੱਟ ਕਰ ਦਿਓ, ਅਗਲੇ ਦੀ ਐਨਰਜੀ ਆ ਜੂ। ਚਲੋ ਜੀ, V ਨੂੰ 0 ਪੁੱਟ ਕਰਕੇ ਦੇਖਦੇ ਹਾਂ। V ਨੂੰ ਜਦੋਂ ਅਸੀਂ 0 ਪੁੱਟ ਕਰਾਂਗੇ, ਤੁਸੀਂ ਇਹਦੇ ਵਿੱਚ V ਨੂੰ 0 ਪੁੱਟ ਕਰ ਦਿਓ। ਜਦੋਂ 0 ਪੁੱਟ ਕਰੋਗੇ ਤਾਂ ਸਭ ਇਹ ਵਾਲਾ ਤਾਂ ਕੈਂਸਲ ਹੀ ਹੋ ਜਾਏਗਾ ਪੋਰਸ਼ਨ। ਕੀ ਬਚੂਗਾ ਪਿੱਛੇ, ਐਨਰਜੀ ਕਿੰਨੀ ਆ ਜੂਗੀ, ਦੈਟ ਇਜ਼ 1/2 ਓਮੇਗਾ E, ਉੱਪਰ ਕੀ ਆ ਜਾਏਗਾ, ਬਾਰ। ਸੋ ਦਿਸ, ਓਕੇ। ਔਰ ਇੱਕ ਗੱਲ ਹੋਰ, ਇਹਨੂੰ ਕਿਹਾ ਜਾਂਦਾ ਹੈ 0 ਪੁਆਇੰਟ ਐਨਰਜੀ। ਸਿਮਿਲਰਲੀ ਤੁਸੀਂ 1 ਪੁੱਟ ਕਰ ਦਿਓ, E1 ਆ ਜਾਏਗਾ, 2 ਪੁੱਟ ਕਰ ਦਿਓ, E2 ਆ ਜਾਏਗਾ, ਠੀਕ ਹੈ ਨਾ। ਮੀਨਸ ਇੱਥੋਂ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਣਾ ਚਾਹੁੰਦੀ ਹਾਂ, ਉਹ ਨੋਟ ਕਰਨਾ ਤੁਸੀਂ। ਤਾਂ ਇਹਦੇ ਵਿੱਚ ਕੀ ਹੋਏਗਾ, ਤੁਹਾਨੂੰ ਲੈਵਲਸ ਜਿਹੜੇ ਨੇ ਪਤਾ ਲੱਗਦੇ ਜਾ ਰਹੇ ਨੇ। ਓਕੇ, ਦੇਖੋ ਇੱਥੇ ਐਨਰਜੀ ਇੰਨੀ ਹੈ, ਮੈਂ ਇੱਥੇ ਲਿਖਿਆ ਹੋਇਆ ਸਾਈਡ 'ਤੇ ਛੋਟਾ ਛੋਟਾ ਪੋਰਸ਼ਨ। ਤਾਂ ਇਹ ਜਿਹੜਾ ਹੈ ਇਹਦੀ ਐਨਰਜੀ ਕਿੰਨੀ ਹੈ, 3/2 ਹੈ। ਓਕੇ, ਫਰਦਰ ਵੀ ਤੁਸੀਂ ਨੈਕਸਟ ਲੈਵਲਸ ਦੀ ਵੀ ਐਨਰਜੀ ਜਿਹੜੀ ਹੈ ਕੱਢ ਸਕਦੇ ਹੋ। ਜਦੋਂ ਅਸੀਂ ਰੋਟੇਸ਼ਨਲ ਸਪੈਕਟਰੋਸਕੋਪੀ ਪੜ੍ਹ ਰਹੇ ਸੀ, ਉੱਥੇ ਅਸੀਂ ਇੱਕ ਟਰਮ ਕੀਤੀ ਸੀ, ਡੈਟ ਇਜ਼ ਡੈਲਟਾ E। ਡੈਲਟਾ E ਦਾ ਮਤਲਬ ਕੀ ਸੀ, ਹਾਇਰ ਦੇ ਵਿੱਚੋਂ ਲੋਅਰ ਮਾਈਨਸ ਕਰਕੇ ਇੱਕ ਫਾਰਮੂਲਾ ਡਰਾਈਵ ਕੀਤਾ ਸੀਗਾ, ਦੈਟ ਇਜ਼ 2B ਇੰਟੂ J+1, ਠੀਕ ਹੈ ਨਾ। ਅਗਰ ਰਿਵਾਈਜ਼ਡ ਕੀਤਾ, ਤੁਸੀਂ ਰਿਵੀਜ਼ਨ ਕੀਤੀ ਹੋਣੀ ਆ, ਤਾਂ ਤੁਸੀਂ ਇਹ ਫਾਰਮੂਲਾ ਮੈਨੇ ਕਰਵਾਇਆ ਸੀ, ਯਾਦ ਹੋਣਾ। ਇਹਦੇ ਵਿੱਚ ਵੀ ਕੱਢ ਕੇ ਦੇਖਾਂਗੇ, ਦੈਟ ਇਜ਼ ਡੈਲਟਾ E। ਡੈਲਟਾ E ਜੋ ਹੈ ਇੱਥੇ, ਦੈਟ ਇਜ਼ ਇਕੁਅਲ ਟੂ ਅਪਰ ਲੈਵਲ ਮਾਈਨਸ ਲੋਅਰ ਲੈਵਲ, ਅਪਰ ਐਨਰਜੀ ਮਾਈਨਸ ਲੋਅਰ ਐਨਰਜੀ। ਸੋਲਵ ਕੀਤਾ, ਕਿੰਨਾ ਆ ਗਿਆ, ਓਮੇਗਾ E ਬਾਰ। ਜਦੋਂ ਤੁਸੀਂ ਨੈਕਸਟ 2 ਦੇ ਵਿੱਚੋਂ 1 ਮਾਈਨਸ ਕੀਤਾ, ਫਿਰ ਵੀ ਇੰਨਾ ਆ ਗਿਆ। ਮਤਲਬ ਇਸ ਕੇਸ ਦੇ ਵਿੱਚ ਬਹੁਤ ਸੌਖਾ ਕੰਮ ਹੈ ਕਿ ਸਾਰੇ ਜਿਹੜੇ ਐਨਰਜੀ ਲੈਵਲਸ ਨੇ ਨਾ, ਮੀਨਸ ਉਹਨਾਂ ਦੇ ਵਿੱਚ ਜਿਹੜਾ ਗੈਪ ਹੈ ਉਹ ਸੇਮ ਹੈ, ਸੇਮ ਹੀ ਐਨਰਜੀ ਹੈ। ਜਿਵੇਂ ਰੋਟੇਸ਼ਨਲ ਦੇ ਵਿੱਚ ਆਉਂਦਾ ਸੀਗਾ ਵੀ ਪਹਿਲਾਂ ਉਹਨੇ 2B, ਠੀਕ ਹੈ, ਫਿਰ 2B ਹੋਰ ਐਕਵਾਇਰ ਕੀਤਾ, ਦੈਨ ਕਿੰਨਾ ਆਇਆ ਸੀਗਾ, 4B ਸੌਰੀ ਐਕਵਾਇਰ ਕੀਤਾ, ਦੈਨ 6B, ਫਿਰ ਉਹ ਕਿੰਨਾ ਐਕਵਾਇਰ ਕਰਦਾ ਹੈ ਨੈਕਸਟ 6B ਤੋਂ ਬਾਅਦ ਉਹ 6B ਐਕਵਾਇਰ ਕਰਦਾ ਹੈ, ਫਿਰ ਉਹਦੇ ਕੋਲ 12B ਐਨਰਜੀ ਹੋ ਜਾਂਦੀ ਹੈ। ਮੀਨਸ ਐਵੇਂ ਅਲੱਗ ਅਲੱਗ ਐਨਰਜੀ ਨੂੰ ਐਕਵਾਇਰ ਕਰਦਾ ਸੀ ਉਹ। ਪਹਿਲਾਂ ਉਹਨੇ 2B ਕੀਤੀ, ਫਿਰ 4B ਐਕਵਾਇਰ ਕੀਤੀ, ਫਿਰ 6B, ਮੀਨਸ 2 ਦੇ ਇਨਕਰੀਜ਼ ਹੁੰਦਾ ਜਾ ਰਿਹਾ ਸੀ। ਬਟ ਇਹਦੇ ਵਿੱਚ ਕੀ ਹੋਏਗਾ, ਇਹ ਹਮੇਸ਼ਾ ਕਿੰਨੀ ਐਕਵਾਇਰ ਕਰੇਗਾ, ਦਿਸ। ਸੋ ਇਹ ਕੁਐਸਚਨ ਜਿਹੜਾ ਹੈ ਬਣ ਸਕਦਾ, ਇਹਨੂੰ ਨੋਟ ਕਰ ਲਿਓ।
ਨੈਕਸਟ ਹੈਗਾ ਸਿਲੈਕਸ਼ਨ ਰੂਲ। ਸਿਲੈਕਸ਼ਨ ਰੂਲ ਅਸੀਂ ਗੱਲ ਕਰ ਰਹੇ ਹਾਂ ਦੈਟ ਇਜ਼ ਕਿਹਦੀ, ਸਿੰਪਲ ਹਾਰਮੋਨਿਕ ਓਸੀਲੇਟਰ। ਸਿੰਪਲ ਹਾਰਮੋਨਿਕ ਓਸੀਲੇਟਰ ਦੇ ਵਿੱਚ ਜੋ ਹੈ, ਜੋ ਮੋਲੀਕਿਊਲ ਹੈ, ਜੇਕਰ ਉਹ ਵਾਈਬ੍ਰੇਟ ਕਰ ਰਿਹਾ ਹੈ ਤਾਂ ਸਿੰਪਲ ਹਾਰਮੋਨਿਕ ਓਸੀਲੇਟਰ ਦੇ ਵਿੱਚ ਉਹ ਇੱਕ ਲੈਵਲ ਤੋਂ ਦੂਜੇ ਲੈਵਲ ਤੇ ਜਾਊਗਾ। ਮੀਨਸ ਜੰਪ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ ਇੱਕ ਲੈਵਲ ਛੱਡ ਕੇ। ਤਾਂ ਇਹਦੇ ਵਿੱਚ ਸਿਲੈਕਸ਼ਨ ਰੂਲ ਤੁਸੀਂ ਯਾਦ ਰੱਖਣਾ, ਇਹ ਵੀ 1 ਮਾਰਕ ਲਈ ਹੋ ਸਕਦਾ ਹੈ। ਬਾਕੀ ਦਾ ਗ੍ਰਾਫ ਪੁੱਛਿਆ ਜਾ ਸਕਦਾ ਪੈਰਾਬੋਲਿਕ। ਇਹ 1 ਪੁਆਇੰਟ ਜਿਹੜੇ ਨੇ ਤੁਸੀਂ ਯਾਦ ਰੱਖ ਸਕਦੇ ਹੋ। ਸਪੈਕਟਰਮ ਦੇਖੋ ਕਿੱਦਾਂ ਦਾ ਆਉਂਦਾ, ਕਿਉਂਕਿ એનર્ਜੀ ਤਾਂ ਹਰ ਵਾਰੀ ਸੇਮ ਆ ਰਹੀ ਹੈ। ਜਦੋਂ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਉੱਤੇ ਕੀ ਸੀ, 2B 4B 6B ਹੈ ਨਾ, ਇੱਦਾਂ ਦਾ ਆ ਰਹੀ ਸੀ। ਬਟ ਹੁਣ ਕੀ ਹੈ, ਹੁਣ ਤਾਂ ਹਰ ਟਾਈਮ ਹੀ ਜਿਹੜੀ ਹੈਗੀ ਆ એનર્ਜੀ ਸੇਮ ਆਉਂਦੀ ਹੈ। ਸੋ ਹਰ ਵਾਰ ਵੈਲਿਊ ਇੱਥੇ ਹੀ ਖੜ ਜਾਂਦੀ ਆ ਕੇ। ਸੋ ਇਹਦਾ ਮਤਲਬ ਹੈ ਕਿ ਇੱਥੇ ਕੀ ਹੈ, ਇੱਕੋ ਹੀ ਜਿਹੜੀ ਸਟ੍ਰੇਟ ਲਾਈਨ ਤੁਹਾਨੂੰ ਦਿਖਾਈ ਦੇਊਗੀ ਸਪੈਕਟਰਮ ਦੇ ਵਿੱਚ। ਠੀਕ ਹੈ ਜੀ। ਨੈਕਸਟ ਟੌਪਿਕ ਤੇ ਆ ਜਾਓ। 7th ਟੌਪਿਕ ਹੈ ਅੱਜ ਦਾ ਸਾਡਾ, ਐਨਹਾਰਮੋਨਿਕ ਓਸੀਲੇਟਰ। ਦੇਖੋ ਹਾਰਮੋਨਿਕ ਦੀ ਸਾਰੀ ਕਹਾਣੀ ਨਾ ਉਹਦੇ ਵਾਂਗੂ ਹੈ ਜਿਵੇਂ ਅਸੀਂ ਲਾਸਟ ਦੇ ਵਿੱਚ ਕੀਤਾ ਸੀ ਨਾ, ਰਿਜਿਡ ਰੋਟੇਟਰ ਹੈ ਨਾ। ਤੇ ਐਨਹਾਰਮੋਨਿਕ ਓਸੀਲੇਟਰ ਦੀ ਸਾਰੀ ਕਹਾਣੀ ਲਾਈਕ ਉਹਦੇ ਵਾਂਗੂ ਹੈ ਜੋ ਅਸੀਂ ਕੀਤਾ ਸੀ ਨੋਨ ਰਿਜਿਡ ਰੋਟੇਟਰ। ਉਹਦੇ ਵਿੱਚ ਕੀ ਹੁੰਦਾ ਕਿ ਉਹ ਰੋਟੇਟ ਕਰਦਾ ਹੈ ਨਾ, ਤੇ ਹੋਰ ਉੱਪਰ ਐਨਰਜੀ ਲੈਵਲਸ ਨੂੰ ਐਕਵਾਇਰ ਕਰਦਾ ਜਾਂਦਾ ਹੈ। ਤੇ ਇੱਕ ਟਾਈਮ ਐਸਾ ਆਉਂਦਾ ਵੀ ਉਹ ਕੀ ਹੁੰਦਾ, ਉਹਦੀ ਜਿਹੜੀ ਬੌਂਡ ਹੈ ਉਹ ਬ੍ਰੇਕੇਜ ਹੋ ਜਾਂਦੀ ਹੈ। ਸਿਮਿਲਰਲੀ ਇੱਥੇ ਹੈ ਕਿ ਜਿਹੜਾ ਵਾਈਬ੍ਰੇਸ਼ਨ ਹੈ ਉਹਦੀ ਇੰਨੀ ਜ਼ਿਆਦਾ, ਜਿਉਂ ਉੱਪਰ ਵਾਲਾ ਲੈਵਲ ਐਕਵਾਇਰ ਕਰਦਾ ਜਾਊਗਾ ਉਹਦੀ ਵਾਈਬ੍ਰੇਸ਼ਨ ਉਨਾ ਜ਼ਿਆਦਾ ਉਹ ਵਾਈਬ੍ਰੇਟ ਕਰੇਗਾ। ਵਾਈਬ੍ਰੇਟ ਮਤਲਬ ਉਹਦੀ ਫ੍ਰੀਕੁਐਂਸੀ ਜਿਹੜੀ ਹੈਗੀ ਹੈ ਹਾਈ ਹੁੰਦੀ ਜਾਏਗੀ। ਓਕੇ ਨਾ, ਇਹਦਾ ਮਤਲਬ ਇਹ ਹੁੰਦਾ ਵਾਈਬ੍ਰੇਸ਼ਨ ਦਾ। ਜਿਵੇਂ ਤੁਸੀਂ ਐਂ ਕਹਿ ਲਓ ਵੀ 1 ਸੈਕਿੰਡ ਦੇ ਵਿੱਚ ਸਪੋਜ਼ 100 ਓਸੀਲੇਸ਼ਨਸ ਪੂਰੀਆਂ ਕਰ ਰਿਹਾ, ਠੀਕ ਹੈ, ਵਾਈਬ੍ਰੇਸ਼ਨ। ਫਿਰ 1 ਸੈਕਿੰਡ ਦੇ ਵਿੱਚ ਉਹਦੀਆਂ ਓਸੀਲੇਸ਼ਨਸ ਕੀ ਹੋ ਜਾਂਦੀਆਂ ਨੇ, 120 ਹੋ ਗਈਆਂ, ਐਵੇਂ 130 ਹੋ ਗਈਆਂ, 40 ਇੱਦਾਂ ਹੁੰਦੀਆਂ ਜਾ ਰਹੀਆਂ ਨੇ, ਇਨਕਰੀਜ਼ ਹੁੰਦਾ ਜਾ ਰਿਹਾ। ਵਾਈਬ੍ਰੇਸ਼ਨ ਲੈਵਲ ਇਨਕਰੀਜ਼ ਹੁੰਦਾ ਜਾ ਰਿਹਾ। ਸੋ ਵਾਈਬ੍ਰੇਸ਼ਨ ਇਨਕਰੀਜ਼ ਹੁੰਦਾ ਤੇ ਇੱਕ ਟਾਈਮ ਐਸਾ ਆਉਂਦਾ ਵੀ ਜਦੋਂ ਉਹਦੇ ਵਿੱਚ ਜਿਹੜੀ ਹੈਗੀ ਹੈ ਮੀਨਸ ਬੌਂਡ ਜਿਹੜਾ ਬ੍ਰੇਕ ਹੋ ਜਾਂਦਾ ਹੈ। ਸੋ ਦਿਸ ਇਜ਼ ਐਨਹਾਰਮੋਨਿਕ ਓਸੀਲੇਟਰ। ਇਹਦੇ ਵਿੱਚ ਕੁਝ ਪੁਆਇੰਟਸ ਜਿਹੜੇ ਨੇ ਇੱਕ ਵਾਰੀ ਨੋਟ ਕਰ ਲਓ ਤੁਸੀਂ। ਦੈਟ ਇਜ਼ ਨਾਟ ਅ ਪਰਫੈਕਟ ਇਲਾਸਟਿਕ ਨੇਚਰ, ਮੀਨਸ ਇਲਾਸਟਿਕ ਨਹੀਂ ਹੁੰਦਾ ਇਹ, ਠੀਕ ਹੈ ਨਾ। ਡਜ਼ ਨਾਟ ਓਬੇ SHM, ਸਿੰਪਲ ਹਾਰਮੋਨਿਕ ਮੋਸ਼ਨ ਵੀ ਇਹ ਓਬੇ ਨਹੀਂ ਕਰਦਾ, ਡਿਸੋਸ਼ੀਏਟ ਹੋ ਜਾਂਦਾ ਇੱਕ ਪੁਆਇੰਟ ਤੇ ਆ ਕੇ। ਨਾਟ ਐਨ ਆਈਡੀਅਲ ਪੈਰਾਬੋਲਾ। ਦੇਖੋ ਇਹਦੀ ਜਿਹੜਾ ਗ੍ਰਾਫ ਹੋਊਗਾ ਨਾ, ਇੱਕ ਐਵੇਂ ਪੈਰਾਬੋਲਾ ਨਹੀਂ ਆ ਰਿਹਾ। ਓਕੇ ਨਾ, ਇਹਦਾ ਗ੍ਰਾਫ ਤੁਸੀਂ ਦੇਖ ਸਕਦੇ ਹੋ, ਮੈਂ ਸਮਝਾ ਰਹੀ ਹਾਂ ਤੁਹਾਨੂੰ। ਸੋ ਜਿਹੜਾ ਇਹਦਾ ਗ੍ਰਾਫ ਹੈ ਦੇਖੋ, ਇਹ ਕੀ ਹੁੰਦਾ ਪਹਿਲਾਂ ਐਵੇਂ ਆਉਂਦਾ, ਇਹਦੀ ਜਿਹੜੀ ਐਨਰਜੀ ਹੈ ਨਾ ਉਹ ਇੱਦਾਂ ਜਾਂਦੀ ਹੈ, ਠੀਕ ਹੈ। ਮੀਨਸ ਇੱਥੇ ਗ੍ਰਾਫ ਹੋਣਾ ਕਿਵੇਂ ਦਾ ਚਾਹੀਦਾ ਸੀ, ਇਹ ਗ੍ਰਾਫ ਹੋਣਾ ਚਾਹੀਦਾ ਸੀ ਆਈਡੀਅਲੀ, ਬਟ ਗ੍ਰਾਫ ਹੁੰਦਾ ਕੀ ਹੈ, ਇੱਧਰ ਚਲਾ ਜਾਂਦਾ ਹੈ। ਇਹ ਉਹ ਪੋਜੀਸ਼ਨ ਦਿਖਾ ਰਿਹਾ ਜਦੋਂ ਕੀ ਹੋਏਗਾ, ਮੀਨਸ ਜੋ ਵੀ ਤੁਹਾਡਾ ਮੋਲੀਕਿਊਲ ਆ ਉਹਦਾ ਬੌਂਡ ਬ੍ਰੇਕੇਜ ਹੋ ਜਾਏਗੀ ਨਾ, ਇਹ ਉਹ ਪੋਜੀਸ਼ਨ ਨੂੰ ਸ਼ੋ ਕਰ ਰਿਹਾ ਬੇਸਿਕਲੀ। ਓਕੇ, ਸੋ ਸਮਝ ਆ ਗਈ ਹੋਏਗੀ। ਸੋ ਜਿੰਨੇ ਟਾਈਮ ਤੋਂ ਬਾਅਦ ਇਹ ਐਨਰਜੀ, ਇਸ ਐਨਰਜੀ ਤੋਂ ਬਾਅਦ ਉਹ ਬ੍ਰੇਕ ਹੁੰਦਾ ਨਾ, ਇਹਨੂੰ ਕਹਿੰਦੇ ਨੇ DE, ਠੀਕ ਹੈ ਨਾ। DE ਕੀ ਹੈ ਇੱਥੇ, ਡਿਸੋਸੀਏਸ਼ਨ ਐਨਰਜੀ ਤੁਸੀਂ ਕਹਿ ਸਕਦੇ ਹੋ, ਜਾਂ ਇਸ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਡੈਪਥ ਆਫ ਮੋਰਸ ਪੋਟੈਂਸ਼ੀਅਲ। ਇੱਕ ਇਹ ਨਾਮ ਨਾਲ ਜਾਣਿਆ ਜਾਂਦਾ ਡੈਪਥ ਆਫ ਮੋਰਸ ਪੋਟੈਂਸ਼ੀਅਲ। ਤੇ ਇਹਦਾ ਜਿਹੜਾ ਫਾਰਮੂਲਾ ਹੁੰਦਾ DE ਦਾ, ਉਹ ਤੁਸੀਂ ਨੋਟ ਕਰ ਸਕਦੇ ਹੋ ਲਿਖਿਆ ਹੋਇਆ। ਤੇ XE ਕੀ ਹੈ, XE ਦਾ ਮੀਨਿੰਗ ਹੁੰਦਾ ਐਨਹਾਰਮੋਨਿਸਿਟੀ ਕਾਂਸਟੈਂਟ, ਜਿਹਦੀ ਵੈਲਿਊ 0.01 ਹੁੰਦੀ ਹੈ। ਜੇਕਰ ਤੁਹਾਨੂੰ ਫਾਰਮੂਲਾ ਦੇ ਵਿੱਚ ਕਈ ਵਾਰੀ ਇੱਥੇ ਪੁੱਟ ਕਰਨੀ ਪੈ ਜੇ ਤਾਂ ਤੁਸੀਂ ਅਗਰ ਕੁਝ ਵੀ ਨਹੀਂ ਦਿੱਤਾ ਹੋਇਆ ਇਹਦੇ ਬਾਰੇ ਤਾਂ ਤੁਸੀਂ 1 ਲੈ ਕੇ ਕਰ ਸਕਦੇ ਹੋ, ਠੀਕ ਹੈ ਨਾ। ਅਦਰਵਾਈਜ਼ ਅਗਰ ਦਿੱਤਾ ਹੋਇਆ ਵੈਸੇ ਇੰਨੀ ਵੈਲਿਊ ਦੇ ਕਰੀਬ ਹੀ ਦਊਗਾ, ਅਦਰਵਾਈਜ਼ 1 ਲੈ ਕੇ ਕਰ ਸਕਦੇ ਹੋ। ਇਸ ਗ੍ਰਾਫ ਨੂੰ ਕੀ ਕਿਹਾ ਜਾਂਦਾ ਹੈ, ਗ੍ਰਾਫ ਨੂੰ ਕਿਹਾ ਜਾਂਦਾ ਹੈ ਮੋਰਸ ਪੋਟੈਂਸ਼ੀਅਲ। ਤਾਂ ਜਿਹੜੇ ਇਹਦੇ ਐਨਰਜੀ ਲੈਵਲਸ ਹੁੰਦੇ ਨੇ ਨਾ, ਇਹਦੇ ਐਨਰਜੀ ਲੈਵਲ ਸੇਮ ਨਹੀਂ ਹੁੰਦੇ ਹਾਰਮੋਨਿਕ ਵਾਂਗੂ, ਠੀਕ ਹੈ ਨਾ। ਇਹਦੇ ਐਨਰਜੀ ਲੈਵਲਸ ਨੂੰ ਆਪਾਂ ਜਾਣਦੇ, ਐਨਰਜੀ ਲੈਵਲ ਦੀ ਐਨਰਜੀ ਕੱਢਣ ਵਾਸਤੇ ਸਾਨੂੰ ਐਨਰਜੀ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ। ਐਨਰਜੀ ਦਾ ਫਾਰਮੂਲਾ ਹੁੰਦਾ ਇਹ ਵਾਲਾ, ਐਨਹਾਰਮੋਨਿਕ ਓਸੀਲੇਟਰ 'ਚ ਇਹ ਵਾਲਾ ਫਾਰਮੂਲਾ ਕੰਸੀਡਰ ਕੀਤਾ ਜਾਂਦਾ। ਨੈਕਸਟ ਅਸੀਂ ਗੱਲ ਕਰ ਸਕਦੇ ਹਾਂ ਇਹਦੇ ਗ੍ਰਾਫਸ ਦੀ। ਦੇਖੋ ਇਹਦੇ ਜਿਹੜੇ ਲੈਵਲਸ ਆਉਂਦੇ ਨੇ ਨਾ ਐਨਹਾਰਮੋਨਿਕ ਤੋਂ, ਐਵੇਂ ਦੇ ਆਉਂਦੇ ਨੇ। ਪਹਿਲਾਂ ਤਾਂ ਇਹਦੇ ਵਿੱਚ ਕੀ ਹੋਏਗਾ, ਕਾਫੀ ਗੈਪ ਤੁਹਾਨੂੰ ਨਜ਼ਰ ਆਏਗਾ। ਜਿਉਂ ਲੈਵਲ ਵੱਧਦੇ ਜਾਣਗੇ ਐਨਰਜੀ ਘਟਦੀ ਜਾ ਰਹੀ ਹੈ। ਇੱਧਰ ਐਨਰਜੀ ਆ, ਓਕੇ, ਐਨਰਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਘੱਟ ਹੋ ਗਈ, ਓਕੇ, ਇੱਥੇ ਕਿੰਨੀ ਜ਼ਿਆਦਾ ਹੈ। ਤਾਂ ਇਹਨੂੰ ਕਹਿੰਦੇ ਨੇ ਦੈਟ ਇਜ਼ ਇਹ ਐਨਹਾਰਮੋਨਿਕ। ਐਜ਼ ਵੀ ਗੋ ਟੂ ਹਾਇਰ ਐਨਰਜੀ ਲੈਵਲ, ਐਨਰਜੀ ਕੀ ਹੋ ਰਹੀ ਹੈ, ਡਿਕਰੀਜ਼ਿਸ। ਓਕੇ ਜੀ। ਐਨਹਾਰਮੋਨਿਕ ਦੇ ਵਿੱਚ ਤੁਹਾਨੂੰ ਐਗਜ਼ਾਮ 'ਚ ਪੁੱਛਿਆ ਜਾ ਸਕਦਾ ਵੀ ਕੀ ਸਿਲੈਕਸ਼ਨ ਰੂਲ ਹੁੰਦਾ ਹੈ। ਤਾਂ ਐਨਹਾਰਮੋਨਿਕ ਦਾ ਜਿਹੜਾ ਸਿਲੈਕਸ਼ਨ ਰੂਲ ਹੁੰਦਾ ਉਹ ਹੁੰਦਾ +1 +2 ਐਂਡ +3 ਜਾਂ +- ਵੀ ਹੋ ਸਕਦਾ। ਇਹ ਬਹੁਤ ਇੰਟਰਸਟਿੰਗ ਹੈ। ਦੇਖੋ ਇਹਦਾ ਗ੍ਰਾਫ ਐਵੇਂ ਹੀ ਆਇਆ ਸੀ ਨਾ ਸਾਡਾ। ਇਹਦੇ ਵਿੱਚ ਕੀ ਹੁੰਦਾ, ਜਿਹੜੀ ਟ੍ਰਾਂਜੀਸ਼ਨਸ ਹੁੰਦੀਆਂ ਨੇ ਨਾ, ਕਿਉਂਕਿ ਸਿਲੈਕਸ਼ਨ ਰੂਲ ਦੇ ਅਕੋਰਡਿੰਗ ਹੀ ਟ੍ਰਾਂਜੀਸ਼ਨਸ ਹੋਣਗੀਆਂ। ਮੀਨਸ +1 ਦੀ ਵੀ ਟ੍ਰਾਂਜੀਸ਼ਨ ਹੋ ਸਕਦੀ ਹੈ, +2 ਦੀ ਵੀ ਟ੍ਰਾਂਜੀਸ਼ਨ ਹੋ ਸਕਦੀ ਹੈ, +3 ਦੀ ਵੀ ਹੋ ਸਕਦੀ ਹੈ। ਇਹਦੇ ਵਿੱਚ ਇਹ ਖਾਸੀਅਤ ਹੈ।
ਤੇ ਜੇਕਰ ਮੈਂ 1 ਦੀ ਕਰਵਾ ਰਹੀ ਹਾਂ ਟ੍ਰਾਂਜੀਸ਼ਨ, ਇਹਦਾ ਮਤਲਬ ਹੈ ਕਿ ਮੈਂ 0 ਤੋਂ 1 ਤੱਕ ਜਾ ਰਹੀ ਹਾਂ, 0 ਤੋਂ 1 ਤੱਕ, ਠੀਕ ਹੈ ਨਾ। ਜੇ ਮੈਂ 0 ਤੋਂ 1 ਮੂਵ ਕਰਦੀ ਹਾਂ ਤਾਂ ਇਸ ਟ੍ਰਾਂਜੀਸ਼ਨ ਨੂੰ ਕਹਿੰਦੇ ਨੇ ਫੰਡਾਮੈਂਟਲ ਐਬਜ਼ੌਰਪਸ਼ਨ। ਨੋਟ ਕਰ ਲਓ, ਫੰਡਾਮੈਂਟਲ ਐਬਜ਼ੌਰਪਸ਼ਨ। ਜੇਕਰ ਮੈਂ 0 ਤੋਂ 2 ਤੱਕ ਜਾ ਰਹੀ ਹਾਂ, ਧਿਆਨ ਨਾਲ 0 ਤੋਂ 2 ਤੱਕ ਮੂਵ ਕੀਤੀ ਹਾਂ, ਮੈਂ ਜਸਟ ਕ੍ਰੋਸ ਕੀਤਾ ਮੈਂ 1 ਨੂੰ ਵੀ ਸਿੱਧਾ ਡਾਇਰੈਕਟ, ਤਾਂ 2 ਤੇ ਜਾ ਰਹੀ ਹਾਂ ਮੈਂ, ਇਹਨੂੰ ਕਹਿੰਦੇ ਨੇ, ਕਿਉਂਕਿ ਸਾਡੇ ਕੋਲ ਸਿਲੈਕਸ਼ਨ ਰੂਲ ਆ, ਉਹ ਕਹਿੰਦਾ ਕਿ ਤੁਸੀਂ +1 ਵੀ ਮੂਵ ਕਰ ਸਕਦੇ ਹੋ, +2 ਦਾ ਗੈਪ ਨਾਲ ਵੀ ਮੂਵ ਕਰ ਸਕਦੇ ਹੋ, +3 ਦੇ ਗੈਪ ਨਾਲ ਵੀ ਮੂਵ ਕਰ ਸਕਦੇ ਹੋ। ਇਹਨੂੰ ਕਹਿੰਦੇ ਨੇ ਫਸਟ ਓਵਰਟੋਨ। ਸੈਕਿੰਡ ਓਵਰਟੋਨ 'ਚ ਕਨਫਿਊਜ਼ ਨਾ ਹੋ ਜਾਓ ਵੀ ਇਹ ਸੈਕਿੰਡ ਤੇ ਮੂਵ ਕਰ ਰਹੇ ਇਸ ਕਰਕੇ ਸੈਕਿੰਡ ਓਵਰਟੋਨ, ਨੋ, ਦਿਸ ਇਜ਼ ਫਸਟ। ਓਕੇ, ਜਦੋਂ ਅਸੀਂ 0 ਤੋਂ ਡਾਇਰੈਕਟ 3 ਲੈਵਲ ਤੱਕ ਪਹੁੰਚਦੇ ਹਾਂ ਉਹਨੂੰ ਕਹਿੰਦੇ ਨੇ ਸੈਕਿੰਡ ਓਵਰਟੋਨ। ਓਕੇ, ਤਾਂ ਇਹ ਕੰਡੀਸ਼ਨਸ ਯਾਦ ਰੱਖਣੀਆਂ ਨੇ, ਐਗਜ਼ਾਮ 'ਚ ਪੁੱਛੀਆਂ ਜਾ ਸਕਦੀਆਂ ਨੇ ਕਿ ਫਸਟ ਓਵਰਟੋਨ ਜੋ ਹੁੰਦਾ ਦੈਟ ਇਜ਼ ਉਹ ਕਿੱਥੋਂ ਤੋਂ ਕਿੱਥੇ ਤੱਕ ਹੁੰਦਾ, ਜਾਂ ਉਹਦਾ ਸਿਲੈਕਸ਼ਨ ਰੂਲ ਕੀ ਹੁੰਦਾ, ਠੀਕ ਹੈ ਨਾ। ਇਹੀ ਪੁਆਇੰਟ ਹੈ ਬੇਸਿਕਲੀ ਇਹਦਾ, ਬਸ ਇਹ ਪੁਆਇੰਟ ਨੋਟ ਕਰ ਲਿਓ। ਔਰ ਅਗਰ ਕੀ ਹੁੰਦਾ ਹੈ, ਜੇਕਰ ਅਸੀਂ 1 ਤੋਂ ਸਟਾਰਟ ਕਰੀਏ, 1 ਤੋਂ 2 ਵੱਲ ਜਾਣਾ ਹੋਵੇ, ਜਾਂ 2 ਤੋਂ ਸਟਾਰਟ ਕਰੀਏ 2 ਤੋਂ 3 ਵੱਲ ਜਾਣਾ ਹੋਵੇ, ਤਾਂ ਉਹਨਾਂ ਨੂੰ ਕਹਿੰਦੇ ਨੇ ਹੌਟ ਬੈਂਡਸ। ਕੀ ਕਹਿੰਦੇ ਨੇ? ਹੌਟ ਬੈਂਡਸ ਕਹਿੰਦੇ ਨੇ, ਇਹ ਵੀ ਯਾਦ ਰੱਖ ਲਿਓ। ਓਕੇ ਜੀ, ਨੈਕਸਟ ਜਿਹੜਾ ਟੌਪਿਕ ਹੈ ਦੈਟ ਇਜ਼ ਡਾਇਅਟੋਮਿਕ ਵਾਈਬ੍ਰੇਟਿੰਗ ਰੋਟੇਟਰ। ਓਕੇ, ਡਾਇਅਟੋਮਿਕ ਹੈ, ਵਾਈਬ੍ਰੇਟਿੰਗ ਹੈ, ਰੋਟੇਟਰ ਹੈ, ਇੱਕ ਐਸਾ ਮੋਲੀਕਿਊਲ ਜੋ ਰੋਟੇਟ ਵੀ ਕਰ ਰਿਹਾ ਹੈ ਐਜ਼ ਵੈਲ ਐਜ਼ ਵਾਈਬ੍ਰੇਟ ਵੀ ਕਰ ਰਿਹਾ ਹੈ, ਠੀਕ ਹੈ ਨਾ। ਜਦੋਂ ਕੋਈ ਰੋਟੇਟ ਵੀ ਕਰੇ ਤੇ ਨਾਲ ਨਾਲ ਵਾਈਬ੍ਰੇਟ ਵੀ ਕਰੇ, ਦੋਨੋਂ ਚੀਜ਼ਾਂ ਇੰਡੀਪੈਂਡੈਂਟਲੀ ਹੋ ਰਹੀਆਂ ਨੇ, ਤਾਂ ਜਿਹੜੀ ਉਹਦੇ ਕੋਲ એનર્ਜੀ ਹੋਏਗੀ, ਉਹ ਕਿੱਦਾਂ એનર્ਜੀ ਲੈਵਲਸ ਉਹਦੇ ਬਣਨਗੇ, ਜਾਂ ਕਿੱਦਾਂ ਉਹਦੀ ਮਤਲਬ એનર્ਜੀ ਤੁਸੀਂ ਕੱਢੋਗੇ। ਇਸ ਕੇਸ ਦੇ ਵਿੱਚ ਅਸੀਂ એનર્ਜੀਜ਼ ਦੋਨੋਂ ਲੈਣੀਆਂ ਹੁੰਦੀਆਂ ਨੇ। ਟੋਟਲ એનર્ਜੀ ਕਿਹਦੇ ਕੋਲ ਹੋਊਗੀ, ਕਿਉਂਕਿ ਉਹਦੇ ਕੋਲੇ ਰੋਟੇਸ਼ਨਲ એનર્ਜੀ ਵੀ ਹੋਏਗੀ, ਉਹਦੇ ਕੋਲੇ ਵਾਈਬ੍ਰੇਸ਼ਨਲ ਵੀ ਹੋਏਗੀ, ਦੋਨੋਂ ਹੋਣਗੀਆਂ। ਸੋ ਰੋਟੇਸ਼ਨਲ ਦਾ ਅੱਜ ਹੀ ਅਸੀਂ ਪੜ੍ਹਿਆ ਵੀ ਕੀ ਫਾਰਮੂਲਾ ਹੁੰਦਾ ਹੈ, ਇਹ ਰੋਟੇਸ਼ਨਲ ਦਾ ਹੋ ਗਿਆ, ਠੀਕ ਹੈ ਨਾ। ਸੌਰੀ, ਦਿਸ ਇਜ਼ ਨਾਟ, ਇਹ ਰੋਟੇਸ਼ਨਲ ਦਾ ਹੋ ਗਿਆ, ਠੀਕ ਹੈ ਨਾ। ਇਹ ਵਾਈਬ੍ਰੇਸ਼ਨਲ ਦਾ ਹੋ ਗਿਆ, ਅੱਜ ਹੀ ਪੜ੍ਹਿਆ ਸੀ। ਵਾਈਬ੍ਰੇਸ਼ਨਲ ਅੱਜ ਪੜ੍ਹਿਆ, ਰੋਟੇਸ਼ਨਲ ਸੀ ਪਾਰਟ ਪਹਿਲਾਂ ਦੇ ਵਿੱਚ ਕਰ ਚੁੱਕੇ ਹਾਂ। ਇਹ ਫਾਰਮੂਲਾ ਰਹੇਗਾ। ਤੇ ਜੇਕਰ ਅਸੀਂ ਇਹਦੇ ਲੈਵਲਸ ਦੀ ਗੱਲ ਕਰੀਏ, ਦੇਖੋ ਇਹਦੇ ਲੈਵਲਸ ਕਿੰਨੇ ਵਧੀਆ ਬਣਨਗੇ, ਕਿਵੇਂ ਬਣਨਗੇ। ਦੇਖੋ ਇਹਦੇ ਵਿੱਚ ਦੋਨੋਂ ਚੀਜ਼ਾਂ ਆ ਗਈਆਂ ਨਾ, ਰੋਟੇਸ਼ਨਲ ਵੀ ਤੇ ਵਾਈਬ੍ਰੇਸ਼ਨਲ ਵੀ। ਇਹ ਵਾਈਬ੍ਰੇਸ਼ਨਲ ਲੈਵਲ 1 ਹੈ, 1 ਮਤਲਬ 0 ਪਹਿਲਾ ਵਾਈਬ੍ਰੇਸ਼ਨਲ ਲੈਵਲ, ਤੇ ਇਹ ਦੂਸਰਾ ਵਾਈਬ੍ਰੇਸ਼ਨਲ ਲੈਵਲ ਹੈ। ਨਾਲੇ ਤਾਂ ਉਹ ਰੋਟੇਟ ਕਰੂਗਾ ਮੋਲੀਕਿਊਲ, ਠੀਕ ਹੈ ਨਾ, ਨਾਲੇ ਉਹ ਵਾਈਬ੍ਰੇਟ ਕਰ ਰਿਹਾ, ਠੀਕ ਹੈ, ਸਮਝ ਰਹੇ ਹੋ ਨਾ। ਤਾਂ ਦੈਟ ਮੀਨ ਇਹਦੇ ਵਿੱਚ 2 ਵਾਈਬ੍ਰੇਸ਼ਨਲ ਲੈਵਲ ਨੇ, ਤੇ ਜਿਹੜੇ ਛੋਟੇ ਛੋਟੇ ਲੈਵਲ ਬਣਾਏ ਨੇ ਇਹ ਕਿਹੜੇ ਲੈਵਲਸ ਹੋਏ, ਇਹ ਹੋ ਗਏ ਰੋਟੇਸ਼ਨਲ ਲੈਵਲ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਆ ਰਹੇ ਹਾਂ ਦੈਟ ਇਜ਼ ਜੇ ਦੀਆਂ ਵੈਲਿਊਜ਼ ਨੇ। ਇਹ ਕਿਹੜੀਆਂ ਵੈਲਿਊਜ਼ ਨੇ? ਜੇ ਦੀਆਂ। ਇਹ ਦੂਸਰੇ ਵਾਈਬ੍ਰੇਸ਼ਨਲ ਲੈਵਲ ਦੀਆਂ ਜੇ ਦੀਆਂ ਵੈਲਿਊਜ਼ ਨੇ, ਇਹ ਪਹਿਲੇ ਵਾਈਬ੍ਰੇਸ਼ਨਲ ਲੈਵਲ ਦੀਆਂ ਜੇ ਦੀਆਂ ਵੈਲਿਊਜ਼ ਨੇ। ਤੇ ਇਹ ਗ੍ਰਾਫ ਜਿਹੜਾ ਹੈ ਦੇਖ ਸਕਦੇ ਹੋ ਇਹਦਾ, ਇਹ ਹੈਗਾ ਡਾਇਅਟੋਮਿਕ, ਜੋ ਰੋਟੇਟ ਵੀ ਕਰਦਾ ਐਜ਼ ਵੈਲ ਐਜ਼ ਵਾਈਬ੍ਰੇਟ ਵੀ ਕਰਦਾ। ਸੋ ਇਹਦੇ ਵਿੱਚ ਟ੍ਰਾਂਜੀਸ਼ਨ ਕਿਵੇਂ ਹੁੰਦੀ ਹੈ, ਇਹਦੀ ਟ੍ਰਾਂਜੀਸ਼ਨ ਦੇਖ ਲੈਂਦੇ ਹਾਂ। ਇਹ ਰਹੀ ਇਹਦੀ ਟ੍ਰਾਂਜੀਸ਼ਨ, ਇਹ ਬਹੁਤ ਇੰਟਰਸਟਿੰਗ ਟ੍ਰਾਂਜੀਸ਼ਨ ਹੈ। ਦੇਖੋ ਵਾਈਬ੍ਰੇਸ਼ਨਲ ਲੈਵਲ 1, ਵਾਈਬ੍ਰੇਸ਼ਨਲ ਲੈਵਲ 2 ਹੁੰਦਾ ਕੀ ਹੈ। ਦੇਖੋ ਇਹਦੇ ਵਿੱਚ ਨਾ, ਇਹਦੇ ਟ੍ਰਾਂਜੀਸ਼ਨ ਦੇ ਵਿੱਚ ਕੁਝ ਬ੍ਰਾਂਚਿਸ ਬਣਦੀਆਂ ਨੇ, ਜਿਹਦਾ ਨਾਮ ਹੈਗਾ PQRSO, ਠੀਕ ਹੈ ਨਾ, ਕੁਝ ਐਵੇਂ ਦੀਆਂ ਬ੍ਰਾਂਚਿਸ। ਹੁਣ ਇਹ ਬਣਦੀਆਂ ਕਿਵੇਂ ਨੇ, ਇਹ ਡਿਪੈਂਡ ਕਰਦਾ ਜੇ ਦੀਆਂ ਵੈਲਿਊਜ਼ 'ਤੇ, ਠੀਕ ਹੈ ਨਾ। ਜੇਕਰ ਜੇ ਦੀ ਵੈਲਿਊ 0 ਹੈ ਤਾਂ ਕਿਹੜੀ ਬ੍ਰਾਂਚ ਬਣੂ, ਜੇ ਦੀ ਵੈਲਿਊ +1 ਹੈ ਤਾਂ ਕਿਹੜੀ ਬ੍ਰਾਂਚ ਬਣੂ, ਜੇ 2 ਹੈ ਤਾਂ ਕਿਹੜੀ ਬ੍ਰਾਂਚ ਬਣੂ। ਹੁਣ 0 ਜੇ ਦੀ ਵੈਲਿਊ, ਡੈਲਟਾ ਜੇ ਦੀ ਵੈਲਿਊ 0 ਹੈ, ਦਾ ਕੀ ਮੀਨਿੰਗ ਹੈ? ਇਹਦਾ ਮੀਨਿੰਗ ਇਹ ਹੈ ਵੀ ਜੋ ਨੀਚੇ ਵਾਲਾ ਵਾਈਬ੍ਰੇਸ਼ਨਲ ਲੈਵਲ ਹੈ ਨਾ, ਉਹਦੀ ਜੇ ਦੀ ਵੈਲਿਊ 0 ਤੋਂ ਲੈ ਕੇ ਉੱਪਰ ਵਾਲੇ ਵਾਈਬ੍ਰੇਸ਼ਨਲ ਲੈਵਲ ਦੀ 0 ਤੱਕ ਹੀ ਪਹੁੰਚਣਾ, ਠੀਕ ਹੈ। 1 ਤੋਂ ਲੈ ਕੇ ਉੱਪਰ ਵਾਲੇ ਦੇ 1 ਤੱਕ ਹੀ ਪਹੁੰਚਣਾ, ਨੀਚੇ ਵਾਲੇ ਦੇ 2 ਤੋਂ ਲੈ ਕੇ ਉੱਪਰ ਵਾਲੇ ਦੇ 2 ਤੱਕ ਹੀ ਪਹੁੰਚਣਾ। ਇਹਨੂੰ ਕਹਿੰਦੇ ਨੇ ਡੈਲਟਾ ਜੇ = 0, ਠੀਕ ਹੈ ਨਾ। ਜਿੱਥੇ ਡੈਲਟਾ ਜੇ ਪੇਪਰ 'ਚ ਆ ਸਕਦਾ ਵੀ ਜੇ ਡੈਲਟਾ ਜੇ 0 ਹੈ ਤਾਂ ਕਿਹੜੀ ਬ੍ਰਾਂਚ ਬਣੂਗੀ, ਦੈਟ ਇਜ਼ ਕਿਊ ਬ੍ਰਾਂਚ ਬਣਦੀ ਹੈ। ਹੁਣ ਡੈਲਟਾ ਜੇ ਇਜ਼ +1, ਇਹਦਾ ਕੀ ਮੀਨਿੰਗ ਹੈ? ਇਹਦਾ ਮਤਲਬ ਹੈ ਕਿ ਜੇ 1 ਤੋਂ ਸ਼ੁਰੂ ਹੁੰਦਾ, ਸੌਰੀ 0 ਤੋਂ ਸ਼ੁਰੂ ਹੁੰਦਾ ਹੈ, 0 ਤੋਂ ਲੈ ਕੇ 0 ਤੱਕ ਨਹੀਂ 1 ਤੱਕ ਪਹੁੰਚਦਾ, ਉੱਪਰਲੇ ਦੇ 1 ਤੱਕ। ਇੱਥੋਂ ਹੁੰਦਾ ਸ਼ੁਰੂ 1 ਤੋਂ, ਉੱਪਰ ਵਾਲੇ ਦੇ 2 ਤੱਕ ਪਹੁੰਚੂਗਾ। ਇੱਥੋਂ ਸ਼ੁਰੂ ਹੁੰਦਾ ਹੈਗਾ 3 ਤੋਂ, 2 ਤੋਂ ਉੱਪਰ ਵਾਲੇ ਦੇ ਕਿੱਥੇ ਤੱਕ ਪਹੁੰਚੂਗਾ, ਦੈਟ ਇਜ਼ 3 ਤੱਕ ਪਹੁੰਚੂਗਾ। ਮੀਨ ਨੀਚੋਂ 1 ਤੋਂ ਸ਼ੁਰੂ ਹੋ ਰਿਹਾ, ਉੱਪਰ 2 ਤੇ ਪਹੁੰਚ ਰਿਹਾ, ਨੀਚੋਂ 3 ਤੇ ਸ਼ੁਰੂ ਹੋ ਰਿਹਾ, ਉੱਪਰ 4 ਤੇ ਪਹੁੰਚ ਰਿਹਾ, ਜਾਂ ਨੀਚੋਂ 0 ਤੋਂ ਸ਼ੁਰੂ ਹੋ ਰਿਹਾ, ਉੱਪਰ 1 ਤੇ ਪਹੁੰਚ ਰਿਹਾ। ਇਹ ਹੁੰਦਾ +1। ਤੇ +2 ਦੇ ਵਿੱਚ ਕੀ ਹੁੰਦਾ, ਜੇਕਰ 0 ਤੋਂ ਸ਼ੁਰੂ ਹੋਵੇ
0 ਤੋਂ ਸ਼ੁਰੂ ਹੋਵੇ 2 ਦਾ ਗੈਪ ਪਾ ਦਿਓ, 0 'ਚ 2 ਐਡ ਕਰ ਦਿਓ, ਦੈਟ ਇਜ਼ ਕਿੱਥੇ ਜਾਊਗਾ 2 ਤੇ। ਜੇਕਰ 1 ਤੇ ਸ਼ੁਰੂ ਹੋ ਰਿਹਾ 1 'ਚ 2 ਐਡ ਕਰ ਦਿਓ, ਕਿੰਨਾ ਹੋ ਜਾਊਗਾ 3, ਤਾਂ ਉੱਪਰ ਕਿੰਨੇ ਤੇ ਪਹੁੰਚੂਗਾ 3 ਤੇ। ਜੇ ਨੀਚੋਂ 2 ਤੇ ਸ਼ੁਰੂ ਹੋ ਰਿਹਾ ਉੱਪਰ ਕਿੰਨੇ ਤੇ ਪਹੁੰਚੂਗਾ 2 'ਚ 3 ਐਡ ਕਰ ਦਿਓ, ਕਿੰਨੇ ਤੇ ਪਹੁੰਚੂਗਾ ਦੈਟ ਇਜ਼ ਸੌਰੀ 2 ਦੇ ਵਿੱਚ 2 ਐਡ ਕਰੋਗੇ ਦੈਟ ਇਜ਼ ਕਿੰਨੇ ਤੇ ਪਹੁੰਚੂਗਾ, ਤੁਸੀਂ ਦੇਖ ਸਕਦੇ ਹੋ ਇੱਥੇ ਗ੍ਰਾਫ ਦੈਟ ਇਜ਼ 4 ਤੇ। ਓਕੇ, ਇਹ ਗ੍ਰਾਫ ਹੈ 4 ਤੇ ਪਹੁੰਚੂਗਾ। ਸੋ ਅਗਲਾ ਹੈਗਾ ਇਹ ਵੀ ਸਿਮਿਲਰ ਨੇ, ਇਹ 'ਚ ਮਾਈਨਸ ਦਾ ਆ ਜਾਂਦਾ ਹੈ। ਠੀਕ ਹੈ, ਜਿਵੇਂ ਇੱਥੋਂ 1 ਤੋਂ ਸ਼ੁਰੂ ਹੋਇਆ ਇੱਥੇ ਮਾਈਨਸ ਕਰਨਾ ਹੈ, 1 ਚੋਂ 1 ਗਿਆ 0, ਇੱਥੇ 0 ਤੇ ਪਹੁੰਚੂਗਾ। ਜੇ 2 ਤੋਂ ਸਟਾਰਟ ਹੋ ਰਿਹਾ 2 ਚੋਂ 1 ਮਾਈਨਸ ਕਰ ਦਿਓ ਤਾਂ ਦੈਟ ਇਜ਼ 1 ਤੇ ਪਹੁੰਚੂਗਾ। ਜੇ 3 ਤੋਂ ਸਟਾਰਟ ਹੋ ਰਿਹਾ 3 ਚੋਂ 1 ਮਾਈਨਸ ਕਰ ਦਿਓ ਦੈਟ ਇਜ਼ 2 ਤੇ ਪਹੁੰਚੂਗਾ। ਸੋ ਇਹ ਵਾਲੇ ਕੇਸ ਦੇ ਵਿੱਚ ਬਣਦੀ ਹੈ ਜੀ ਐਸ ਬ੍ਰਾਂਚ, ਜਿੱਥੇ +2 ਦਾ ਗੈਪ ਪੈਂਦਾ, ਜਿੱਥੇ +1 ਦਾ ਗੈਪ ਪੈਂਦਾ ਉੱਥੇ ਆਰ ਬ੍ਰਾਂਚ ਬਣਦੀ ਹੈ, ਜਿੱਥੇ 0 ਦਾ ਗੈਪ ਪੈਂਦਾ ਉੱਥੇ ਕਿਊ ਬ੍ਰਾਂਚ ਬਣਦੀ ਹੈ, ਜਿੱਥੇ -1 ਦਾ ਗੈਪ ਪੈਂਦਾ ਉੱਥੇ ਪੀ ਬ੍ਰਾਂਚ ਬਣਦੀ ਹੈ, ਜਿੱਥੇ -2 ਦਾ ਫਰਕ ਪੈਂਦਾ ਉੱਥੇ ਉਹ ਬ੍ਰਾਂਚ ਬਣਦੀ ਹੈ। ਸੋ ਇਹ ਹੁੰਦੀਆਂ ਨੇ ਬ੍ਰਾਂਚਿਸ। ਕਿਹਦੀਆਂ ਬ੍ਰਾਂਚਿਸ ਪੜ੍ਹੀਆਂ ਨੇ ਅਸੀਂ, ਐਨਹਾਰਮੋਨਿਕ ਦੀਆਂ। ਇਸ ਟਾਈਪ ਦੇ ਨਾਲ ਜਿਹੜਾ ਇਹਦਾ ਸਪੈਕਟਰਮ ਜਾਂ ਕਹਿ ਸਕਦੇ ਹੋ ਟ੍ਰਾਂਜੀਸ਼ਨਸ ਹੁੰਦੀਆਂ ਨੇ। ਇਹ ਬ੍ਰਾਂਚਿਸ ਇੰਪੋਰਟੈਂਟ ਨੇ, ਯਾਦ ਰੱਖ ਲਿਓ, ਇਹਨਾਂ ਬ੍ਰਾਂਚਿਸ ਨੂੰ ਜ਼ਰੂਰ ਤੁਸੀਂ ਪੜ੍ਹ ਲੈਣਾ ਗਾ। ਕੁਝ ਕੁਐਸਚਨਸ ਨੇ ਡਿਸਕਸ ਕਰ ਲੈਂਦੇ ਆ, ਛੋਟੇ ਛੋਟੇ ਕੁਐਸਚਨਸ ਨੇ, ਜਿੱਦਾਂ ਐਨਰਜੀ ਐਸੋਸੀਏਟਡ ਵਿਦ IR ਰੇਂਜ। ਜੋ ਅਸੀਂ ਇਨਫਰਾਰੈਡ ਰੇਂਜ ਪੜ੍ਹ ਰਹੇ ਹਾਂ ਇਹਦੇ ਵਿੱਚ ਕਿੰਨੇ ਤੋਂ ਕਿੰਨੇ ਤੱਕ ਐਨਰਜੀ ਹੋ ਸਕਦੀ ਹੈ, ਇਹ ਨੋਟ ਕਰ ਲਿਓ। 1 ਕਿਲੋ ਕੈਲਰੀ ਪਰ ਮੋਲ ਤੋਂ ਲੈ ਕੇ 10 ਕਿਲੋ ਕੈਲਰੀ ਪਰ ਮੋਲ, ਇਹ 1 ਲਾਈਨਰ ਕੁਐਸਚਨ ਨੇ। ਹੁਣ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ 1 ਐਂਗਸਟ੍ਰੋਮ ਹੁੰਦਾ ਉਹ ਕਿਹਦੇ ਇਕੁਅਲ ਹੁੰਦਾ, 10⁻⁸ ਸੈਂਟੀਮੀਟਰ ਦੇ, ਤੇ ਜਿਹੜਾ 1 ਮਾਈਕਰੋ ਹੁੰਦਾ ਉਹ ਕਿਹਦੇ ਇਕੁਅਲ ਹੁੰਦਾ, ਦੈਟ ਇਜ਼ 10⁻⁻4 ਸੈਂਟੀਮੀਟਰ ਦੇ, ਮੈਕਰੋ। ਨੈਕਸਟ ਹੈ ਰੇਂਜ। ਇਹ ਕੁਝ ਰੇਂਜਸ ਦਿੱਤੀਆਂ ਹੋਈਆਂ ਨੇ, ਤੁਹਾਨੂੰ ਰੇਂਜਸ ਲਰਨ ਕਰ ਲੈਣੀਆਂ ਨੇ ਕਿ IR ਦੀ ਰੇਂਜ ਕਿੰਨੀ ਹੁੰਦੀ ਹੈ, 0.8 ਤੋਂ ਲੈ ਕੇ 200 ਤੱਕ। ਤੇ ਉਸ ਤੋਂ ਬਾਅਦ ਦੋਨਾਂ 'ਚ ਦਿੱਤੀਆਂ ਹੋਈਆਂ ਨੇ, ਮੈਕਰੋ ਦੇ ਵਿੱਚ ਵੀ ਪਰ ਸੈਂਟੀਮੀਟਰ ਦੇ ਵਿੱਚ ਵੀ ਦੇ ਰੱਖੀਆਂ ਨੇ, ਉਹ ਤੁਸੀਂ ਕਨਵਰਟ ਕਰ ਸਕਦੇ ਹੋ। ਤੇ ਨੀਅਰ ਇਨਫਰਾਰੈਡ ਦੀ ਰੇਂਜਸ ਇਹ ਹੁੰਦੀਆਂ ਨੇ, ਮਿਡ ਇਨਫਰਾਰੈਡ ਦੀਆਂ ਰੇਂਜਸ ਇਹ ਹੁੰਦੀਆਂ ਨੇ, ਫਾਰ ਇਨਫਰਾਰੈਡ ਦੀਆਂ ਰੇਂਜਸ ਇੰਨੀਆਂ ਹੁੰਦੀਆਂ ਨੇ। ਕੰਡੀਸ਼ਨ ਕੀ ਹੈ ਮੇਨ IR ਐਕਟਿਵ ਹੋਣ ਵਾਸਤੇ, ਕਿਹੜੀ ਮੇਨ ਕੰਡੀਸ਼ਨ ਹੁੰਦੀ ਹੈ, ਤੁਸੀਂ ਯਾਦ ਰੱਖਣਾ ਕਿ ਮੋਲੀਕਿਊਲ ਦੇ ਕੋਲ ਡਾਈਪੋਲ ਮੂਵਮੈਂਟ ਹੋਣਾ ਚਾਹੀਦਾ, ਕਿਹੜਾ, ਡਾਇਨਾਮਿਕ ਪਰਮਾਨੈਂਟ। ਤੁਸੀਂ ਕਹਿ ਸਕਦੇ ਹੋ ਡਾਈਪੋਲ ਮੂਵਮੈਂਟ ਹੈ ਤਾਂ ਹੀ ਉਹ IR ਐਕਟਿਵ ਹੋ ਸਕਦਾ। ਤੇ ਇੱਕ ਗੱਲ ਹੋਰ, ਜਿਹੜਾ ਅੱਜ ਦਾ ਛੋਟਾ ਜਿਹਾ ਟੌਪਿਕ ਹੈ ਦੈਟ ਇਜ਼ ਡਿਗਰੀ ਆਫ ਫਰੀडम ਕੱਢਣਾ। ਐਗਜ਼ਾਮ 'ਚ ਆ ਸਕਦਾ ਹੈ ਕਿ ਡਿਗਰੀ ਆਫ ਫਰੀडम ਕੱਢੋ। ਕੋਈ ਵੀ ਚੀਜ਼ ਹੈ ਅਗਰ ਕੋਈ ਵਾਈਬਰੇਟ ਕਰਦੀ ਹੈ ਤਾਂ ਕਿੰਨੇ ਤਰੀਕਿਆਂ ਨਾਲ ਉਹ ਵਾਈਬਰੇਟ ਕਰ ਸਕਦੀ ਹੈ, ਠੀਕ ਹੈ ਨਾ, ਕਿਹੜੀ ਕਿਹੜੀ ਐਕਸਿਸ, ਕਿਵੇਂ ਵਾਈਬਰੇਟ ਕਰ ਸਕਦੀ ਹੈ, ਤਾਂ ਡਿਗਰੀ ਆਫ ਫਰੀडम ਕੱਢਦੇ ਆ ਉਹਦੇ ਲਈ। ਜਿਹੜੇ ਲੀਨੀਅਰ ਮੋਲੀਕਿਊਲ ਹੁੰਦੇ ਨੇ ਉਹਨਾਂ ਦਾ ਡਿਗਰੀ ਆਫ ਫਰੀडम ਕੱਢਣ ਦਾ ਫਾਰਮੂਲਾ ਹੁੰਦਾ ਹੈ 3n-5। ਜਿਹੜੇ ਨੋਨ ਲੀਨੀਅਰ ਹੁੰਦੇ ਨੇ ਉਹਨਾਂ ਦਾ ਫਾਰਮੂਲਾ ਹੁੰਦਾ 3n-6। ਇਹ ਨੋਟ ਕਰ ਲਓ। ਜਿਵੇਂ ਕਿ ਐਗਜ਼ਾਮਪਲ, ਨੰਬਰ ਆਫ ਡਿਗਰੀ ਆਫ ਫਰੀडम ਫॉर ਬੈਂਜ਼ੀਨ, ਤਾਂ ਇਹ ਕੀ ਹੈ, ਬੈਂਜ਼ੀਨ ਕੀ ਹੁੰਦੀ ਹੈ, ਨੋਨ ਲੀਨੀਅਰ 'ਚ ਆਉਂਦੀ ਹੈ ਨਾ। ਸੋ 3n-6 ਕਿੰਨੇ ਨੇ ਇਹਦੇ ਵਿੱਚ ਟੋਟਲ, ਦੈਟ ਇਜ਼ ਇਕੁਅਲ ਟੂ 3 ਇੰਟੂ ਇੱਥੇ 5, ਇੱਥੇ 6 ਆਊਗਾ, ਠੀਕ ਹੈ ਨਾ, C6H6। ਮਿਸਟੇਕ ਹੈ ਥੋੜੀ, ਕਰ ਲਿਓ ਇਹਨੂੰ ਨੋਟ ਡਾਊਨ। ਤਾਂ ਕਿੰਨੇ ਹੋ ਗਏ, ਦੈਟ ਇਜ਼ 12। ਟੋਟਲ ਦੇਖੋ ਨਾ ਇਹਦੇ ਵਿੱਚ ਟੋਟਲ 12 ਨੇ। ਸੋ ਇਹਦੇ ਵਿੱਚ ਕਿੰਨਾ ਆ ਗਿਆ, ਫਾਰਮੂਲਾ ਅਪਲਾਈ ਕਰ ਦਿਓ। ਨੰਬਰ ਆਫ ਡਿਗਰੀ ਆਫ ਫਰੀडम ਫॉर CO2 ਦੇ ਵਿੱਚ ਕਿੰਨੇ ਨੇ, ਦੈਟ ਇਜ਼, ਪਹਿਲੀ ਗੱਲ ਤਾਂ CO2 ਜਿਹੜਾ ਹੁੰਦਾ ਲੀਨੀਅਰ ਹੁੰਦਾ। ਓਕੇ, ਸੋ ਜੇ ਲੀਨੀਅਰ ਹੈ ਦੈਟ ਮੀਨ ਤੁਸੀਂ ਕਿਹੜਾ ਫਾਰਮੂਲਾ ਲਾਉਣਾ, 3n-5 ਵਾਲਾ। ਕਿੰਨੇ ਨੇ ਟੋਟਲ, 3 ਨੇ, ਤਾਂ ਇਹਦੇ ਵਿੱਚ ਪੁੱਟ ਕਰ ਦਿਓ n ਦੀ ਵੈਲਿਊ। ਸੋ ਇਹ ਕਿੰਨਾ ਆ ਜਾਊਗਾ ਤੁਹਾਡੇ ਕੋਲੇ, ਡਿਗਰੀ ਆਫ ਫਰੀडम 4 ਤਰੀਕੇ ਨਾਲ ਜਿਹੜੀ ਹੈ ਵਾਈਬ੍ਰੇਸ਼ਨ ਹੋ ਸਕਦੀ ਹੈ। ਇੱਕ ਪੁਆਇੰਟ ਹੋਰ ਨੋਟ ਕਰ ਲਿਓ ਕਿ ਜਿਹੜਾ ਡਿਗਰੀ ਆਫ ਫਰੀडम ਹੁੰਦਾ, ਨੰਬਰ ਆਫ ਡਿਗਰੀ ਆਫ ਫਰੀडम ਇਕੁਅਲ ਹੁੰਦੇ ਨੇ ਕਿਹਦੇ, ਨੰਬਰ ਆਫ ਐਬਜ਼ੋਰਪਸ਼ਨ ਬੈਂਡ ਦੇ। ਕਈ ਵਾਰ ਪੁੱਛ ਲਿਆ ਜਾਂਦਾ ਵੀ ਕਿਹੜੇ ਬੈਂਡ ਦੇ ਇਕੁਅਲ ਹੁੰਦੇ ਨੇ, ਤਾਂ ਤੁਸੀਂ ਐਬਜ਼ੋਰਪਸ਼ਨ ਬੈਂਡ ਦੇ ਇਕੁਅਲ ਕਹਿਣਾ। ਓਕੇ, ਸੋ ਇਹ ਸੀਗਾ ਅੱਜ ਦਾ ਟੌਪਿਕ, ਵਾਈਬ੍ਰੇਸ਼ਨਲ ਸਪੈਕਟਰੋਸਕੋਪੀ। ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਦਾ ਜਿਹੜਾ ਇੱਕ ਕੱਲ੍ਹ ਦਾ ਹੋਰ ਲੈਕਚਰ ਰਹੂਗਾ, ਸੈਸ਼ਨ ਰਹੂਗਾ, ਤੇ ਉਹਦੇ ਨਾਲ ਜਿਹੜੀ ਹੈ ਵਾਈਬ੍ਰੇਸ਼ਨਲ ਸਪੈਕਟਰੋਸਕੋਪੀ ਕੰਪਲੀਟ ਹੋਊਗੀ। ਫਿਰ ਉਸ ਤੋਂ ਬਾਅਦ ਆਊਗੀ ਇਲੈਕਟ੍ਰੋਨਿਕ, ਠੀਕ ਹੈ ਨਾ। ਫਿਰ ਫਰਦਰ ਜਿਹੜਾ ਅੱਗੇ ਚੱਲਦਾ ਰਹੂਗਾ ਇਹ ਪ੍ਰੋਸੈਸ। ਸੋ ਜਿਸ ਨੂੰ ਵੀ ਜਿਹੜਾ ਹੈ ਵੀਡੀਓ ਪਸੰਦ ਆਈ ਹੋਵੇ ਲਾਈਕ ਕਰ ਸਕਦਾ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ, ਠੀਕ ਹੈ। ਅਤੇ ਜੇਕਰ ਸਮਝ ਲੱਗਿਆ ਪੂਰੇ ਤਰੀਕੇ ਨਾਲ ਤਾਂ ਕਮੈਂਟ ਕਰ ਦਿਓ ਕਿ ਹਾਂਜੀ ਮੈਮ ਪੂਰੇ ਤਰੀਕੇ ਨਾਲ ਸਮਝ ਆ ਚੁੱਕਿਆ। ਸੋ ਜੇਕਰ ਕੋਈ ਡਾਊਟ ਹੈ ਤਾਂ ਆਪਣਾ ਡਾਊਟ ਤੁਸੀਂ ਕਮੈਂਟ ਬਾਕਸ ਦੇ ਵਿੱਚ ਡਰੋਪ ਕਰ ਸਕਦੇ ਹੋ। ਓਕੇ ਸਟੂਡੈਂਟਸ, ਥੈਂਕ ਯੂ ਅਲਾਟ।